श्री नानक पुरुषोत्तम परम परावर नाथ। युगल चरण मम बंदना तर पर तर कर माथ। गुरु नानक पाद पंकज बंदन पाद पंकज बंदन सिमरन अंगद दोख निकंदन अमरदास गुर हृदय त्यावो हृदय त्यावो। श्री गुरु रामदास गुण गावो। गुरु अर्जन बिगनन के नासक बिगनन के नासक। श्री गुरु हर गोबिंद शुभ सुमत प्रकाशक। गुरु हर राय नमो कर जोरी नमो कर जोरी। श्री हर कृष्ण मनाए बहोरी। तेग बहादुर परम कृपाला परम कृपाला। श्री गुरु गोबिंद सिंह विसाला। धरों तरा पर पुन पुन सीसा पुन पुन सीसा। बंदों बार बार जगदीसा। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहेगुरु जी की फतेह। विघ्न विनाशन सोय। वाहेगुरु जी की फतेह। विघ्न विनाशन सोय। सतनाम श्री वाहेगुरु साहिब जी। सवैया धाम के काम तजे टिक जावहे। हेरत मूरत भावती जी की बूझ है बैन संदेह उठाए। सुनै तत्काल गिरा मुख नीकी। धाम के काम तजे टिक जावहे। वाहिगुरु जी का खालसा वाहिगुरु जी की फतेह। सच्चे पातशाह जागदी जोत धन साहिब श्री गुरु ग्रंथ साहिब जी महाराज सच्चे पातशाह जी दी दया सदका पवित्र सतसंगत दीयां सुभाग घड़ियां ਸਵਾਸਾਂ ਦੇ ਸਫਲ ਕਰਨ ਨੂੰ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ
ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜ਼ੂਰ ਦੇ ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ ਨੇ ਮਨ ਵਿੱਚ ਵਿਚਾਰਿਆ ਕਿ ਮੇਰੇ ਪੁੱਤਰ ਨਾਨਕ ਦੀ ਉਮਰ ਪੜ੍ਹਨ ਤੋਂ ਬਿਨਾਂ ਜੇ ਇਸੇ ਤਰ੍ਹਾਂ ਹੀ ਲੰਘ ਜਾਵੇਗੀ ਤਾਂ ਫਿਰ ਇਹਨਾਂ ਨੂੰ ਕੋਈ ਉਪਜੀਵਕਾ ਦਾ ਸਾਧਨ ਨਹੀਂ ਇਹ ਕਰ ਸਕਣਗੇ। ਕਿਵੇਂ ਉਮਰਾਂ ਸਾਰੀ ਲੰਘੇਗੀ। ਇਸ ਤਰ੍ਹਾਂ ਮਨ ਦੇ ਅੰਦਰ ਬੜੇ ਖਿਆਲ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਮੌਲਾਨਾ ਜੀ ਦੇ ਕੋਲ ਫਾਰਸੀ ਦੇ ਪੜ੍ਹਨ ਵਾਸਤੇ ਮਹਾਰਾਜ ਦੇ ਪਿਤਾ ਜੀ ਲੈ ਕਰਕੇ ਗਏ। ਮੌਲਾਨਾ ਜੀ ਨੇ ਵੇਖ ਕਰਕੇ ਕਿ ਬੜਾ ਹੀ ਇਹਨਾਂ ਦਾ ਜੋ ਚਿਹਰਾ ਹੈ ਉਹ ਬੜਾ ਪ੍ਰਤਾਪੀ ਹੈ, ਬੜੇ ਹੁਸ਼ਿਆਰ ਲੱਗਦੇ ਹੈ, ਬੜੀ ਜਲਦੀ ਪੜ੍ਹ ਜਾਣਗੇ, ਤੁਸੀਂ ਕੱਲ੍ਹ ਨੂੰ ਲੈ ਕਰਕੇ ਆਇਓ। ਅਗਲੇ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜਦੋਂ ਮੌਲਵੀ ਕੁਤਬਦੀਨ ਪੜ੍ਹਾਉਣ ਲੱਗੇ, ਜੋ ਕੁਝ ਉਹ ਅਲਫਬੇ ਆਦਿਕ ਬੋਲਦੇ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਮਹਿੰਗੀ ਫਾਰਸੀ ਜੋ ਬੜੀ ਪੜ੍ਹਨੀ ਸਿਆਣਿਆਂ ਲਈ ਵੀ ਕਠਿਨਮੈ, ਸਤਿਗੁਰੂ ਜੀ ਸਹਿਜੇ ਹੀ ਪੜ੍ਹੇ ਜਾਂਦੇ ਹੈ। ਬਹੁਤ ਮਹਾਰਾਜ ਜੀ ਨੇ ਫਾਰਸੀ ਦੇ ਅੰਦਰ ਭਗਤੀ ਅਤੇ ਪ੍ਰੇਮ ਦਾ ਉਪਦੇਸ਼ ਜਦੋਂ ਮਹਾਰਾਜ ਜੀ ਨੇ ਕਿਹਾ, ਮੌਲਵੀ ਕੁਤਬਦੀਨ ਬਹੁਤ ਹੈਰਾਨ ਹੋਇਆ ਕਿ ਇਹ ਮੇਰੇ ਕੋਲੋਂ ਪੜ੍ਹ ਰਹੇ ਹੈ ਜਾਂ ਮੈਨੂੰ ਪੜ੍ਹਾ ਰਹੇ ਹੈ। ਸਮਝ ਨਹੀਂ ਕਹਿੰਦਾ ਮੈਨੂੰ ਪੈ ਰਹੀ। ਸਤਿਗੁਰਾਂ ਜੀ ਦੇ ਬਚਨ ਬੜੇ ਮਿੱਠੇ ਹੈ, ਖਿੱਚ ਪੈਂਦੀ ਹੈ ਮੌਲਾਨੇ ਦੇ ਅੰਦਰ ਵੀ। ਵੇਖ ਵੇਖ ਕੇ ਹੋਰ ਲੋਕ ਵੀ ਆਉਂਦੇ ਹੈ, ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਬਚਨ ਸੁਣ ਸੁਣ ਹੈਰਾਨ ਹੁੰਦੇ ਹੈ। ਜਿਹੜਾ ਵੀ ਕੋਈ ਆਪਣੇ ਮਨ ਵਿੱਚ ਸ਼ੰਕਾ ਲੈ ਕੇ ਪੁੱਛਦਾ ਹੈ, ਸਤਿਗੁਰੂ ਜੀ ਉਸ ਦਾ ਸਮਾਧਾਨ ਦੱਸਦੇ ਹੈ, ਹਜ਼ੂਰ ਉੱਤਰ ਦਿੰਦੇ ਹੈ। ਇਉਂ ਸੱਚੇ ਪਾਤਸ਼ਾਹ ਜੀ ਦੀ ਬੜੀ ਭਾਰੀ ਮਹਿਮਾ ਤਲਵੰਡੀ ਵਾਸੀ ਲੋਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਭਾਵਿਤ ਹੋ ਕਰਕੇ ਜਾਣ ਰਹੇ ਹੈ। ਜਿਵੇਂ ਅੱਗੇ ਕਥਾ ਆ ਰਹੀ ਹੈ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਮੌਲਵੀ ਜੀ ਨੂੰ ਕਿਵੇਂ ਉਪਦੇਸ਼ ਬਖਸ਼ਿਸ਼ ਕਰਦੇ ਹੈ, ਇਹ ਪ੍ਰਸੰਗ ਉਹ ਆ ਰਿਹਾ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਧਾਮ ਕੇ ਕਾਮ ਤਜੇ ਢਿਗ ਜਾਵਹੇ। ਆਪਣੇ ਘਰ ਦੇ ਕੰਮਾਂ ਨੂੰ ਛੱਡ ਛੱਡ ਕੇ ਸਤਿਗੁਰੂ ਜੀ ਦੇ ਕੋਲ ਜਾਂਦੇ ਆ ਵੇਖਣ ਵਾਸਤੇ ਬਹੁਤ ਸਾਰੇ ਲੋਕ। ਹੇਰਤ ਮੂਰਤ ਭਾਵਤੀ ਜੀ ਕੀ। ਜਦੋਂ ਮਹਾਰਾਜ ਜੀ ਦਾ ਮੁਖੜਾ ਵੇਖਦੇ ਐ, ਐਸਾ ਪਵਿੱਤਰ ਸਰੂਪ ਹਿਰਦੇ ਨੂੰ ਬਹੁਤ ਮਹਾਰਾਜ ਜੀ ਦਾ ਮੁਖ ਭਾਉਂਦਾ ਏ। ਬੜਾ ਹਿਰਦੇ ਵਿੱਚ ਚੰਗਾ ਲੱਗਦਾ ਸਤਿਗੁਰਾਂ ਜੀ ਦਾ ਸਰੂਪ ਜਦੋਂ ਵੇਖਦੇ ਆ ਮਹਾਰਾਜ ਦੀ ਪਿਆਰੀ ਮੂਰਤ। ਬੂਝ ਹੈ ਬੈਨ ਸੰਦੇਹ ਉਠਾਏ। ਆਪਣੇ ਮਨ ਵਿੱਚ ਸੰਦੇਹ ਸ਼ੰਕਾ ਉਠਾ ਕਰਕੇ ਸਤਿਗੁਰਾਂ ਜੀ ਨੂੰ ਪੁੱਛਦੇ ਹਨ। ਸੁਨੈ ਤਤਕਾਲ ਗਿਰਾ ਮੁਖ ਨੀਕੀ। ਐਸੀ ਮੁਖ ਤੋਂ ਚੰਗੀ ਸਤਿਗੁਰੂ ਜੀ ਬਾਣੀ ਪ੍ਰਕਾਸ਼ਦੇ ਆ, ਬੋਲਦੇ ਆ ਕਿ ਉਸੇ ਸਮੇਂ ਤਤਕਾਲ ਮਹਾਰਾਜ ਉੱਤਰ ਦਿੰਦੇ ਆ। ਸ਼ੰਕੇ ਦਾ ਸਮਾਧਾਨ ਸੱਚੇ ਪਾਤਸ਼ਾਹ ਜੀ ਮਹਾਰਾਜ ਕਰ ਦਿੰਦੇ ਆ। ਗਰੀਬ ਨਵਾਜ ਜੇ ਵੀ ਕੋਈ ਪੁੱਛਦਾ ਹੈ ਤਤਕਾਲ ਉੱਤਰ ਦਿੰਦੇ ਆ ਸਤਿਗੁਰੂ ਜੀ ਆਪਣੇ ਮੁਖ ਤੋਂ। ਸੁਭ ਬਾਣੀ ਅੰਮ੍ਰਿਤ ਮਿੱਠੀ ਬਾਣੀ ਬੋਲ ਕਰਕੇ। ਹੈ ਅਵਤਾਰ ਲਖਿਓ ਬਹੁ ਲੋਕਨ। ਬਹੁਤੇ ਲੋਕਾਂ ਨੇ ਇਹ ਮਨ ਦੇ ਅੰਦਰ ਫਿਰ ਲਖ ਲਿਆ, ਜਾਣ ਲਿਆ
ਕਿ ਕੋਈ ਅਵਤਾਰੀ ਪੁਰਖ ਹਨ। ਬ੍ਰਿਧ ਬਦੀ ਸ਼ਰਧਾ ਸ਼ੁੱਧ ਹੀ ਕੀ। ਸ਼ੁੱਧ ਹਿਰਦੇ ਹੋ ਗਏ ਸਤਿਗੁਰਾਂ ਜੀ ਦੇ ਸੰਗਤ ਦੇ ਕਰਨੇ ਕਰਕੇ, ਮਹਾਰਾਜ ਜੀ ਦਾ ਦਰਸ਼ਨ ਕਰਨੇ ਕਰਕੇ। ਇਉਂ ਜਦੋਂ ਹਿਰਦੇ ਸ਼ੁੱਧ ਹੋਏ ਹਨ ਫਿਰ ਪੜੋ। ਬ੍ਰਿਧ ਬਦੀ ਸ਼ਰਧਾ ਸ਼ੁੱਧ ਹੀ ਕੀ। ਸ਼ੁੱਧ ਹਿਰਦੇ ਤੋਂ ਬਹੁਤ ਜ਼ਿਆਦੀ ਫਿਰ ਜਿਹੜੀ ਸ਼ਰਧਾ ਸੀ ਨਾ ਮਨ ਦੇ ਅੰਦਰ ਸਭ ਦੇ ਵੱਧ ਗਈ ਕਿ ਕੋਈ ਅਵਤਾਰੀ ਪੁਰਖ ਹਨ, ਕੋਈ ਸਧਾਰਨ ਮਾਨਵ ਨਹੀਂ ਹੈ। ਬੋਲਤ ਬੋਲ ਅਮੋਲ ਅਤੋਲ। ਸੱਚੇ ਪਾਤਸ਼ਾਹ ਜੀ ਜਦੋਂ ਬੋਲਦੇ ਆ, ਬੋਲ ਆਪਣੇ ਮੁਖ ਤੋਂ ਅਮੋਲਕ ਨੇ, ਜਿਨ੍ਹਾਂ ਬੋਲਾਂ ਨੂੰ ਤੋਲਿਆ ਨਹੀਂ ਜਾ ਸਕਦਾ ਹੈ। ਅਡੋਲ ਮਤੀ ਅਹਰਨ ਬਲੀ ਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਅਹਰਨ ਬਲੀ ਕੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅਡੋਲ ਮਤ ਹੈ ਸੱਚੇ ਪਾਤਸ਼ਾਹ ਜੀ ਦੀ। ਜਿਵੇਂ ਅਹਰਨ ਹੁੰਦੀ ਹੈ ਨਾ ਬੜੇ ਬਲ ਦੇ ਸਹਿਤ, ਜੋ ਡੋਲਦੀ ਨਹੀਂ ਹਥੌੜਿਆਂ ਦੇ ਥੱਲੇ, ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਅਡੋਲ ਮਤ ਦੇ ਮਾਲਕ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ। ਜੇ ਵੀ ਕੋਈ ਪ੍ਰਸ਼ਨ ਰੂਪੀ ਹਥੌੜੇ ਆ ਕੇ ਮਾਰਦੇ ਐ, ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਸਮੇਂ ਸਮਾਧਾਨ ਕਰ ਦਿੰਦੇ ਐ। ਬੜੀ ਮਿੱਠੀ ਬੋਲੀ ਵਿੱਚ ਬੜੇ ਮਿੱਠੇ ਬਚਨ ਬੋਲ ਕੇ ਸਤਿਗੁਰੂ ਜੀ ਉੱਤਰ ਦੇ ਕੇ ਨਿਹਾਲ ਕਰਦੇ ਐ। ਇਉਂ ਅਹਰਣ ਵਰਗੀ ਅਡੋਲ ਮੱਤ ਹੈ ਸੱਚੇ ਪਾਤਸ਼ਾਹ ਜੀ ਦੀ। ਦੋਹਰਾ ਲਖਨ ਲਗੇ ਜਬ ਨਰ ਕਲਾ। ਜਦੋਂ ਇਉਂ ਲੋਕ ਤਲਵੰਡੀ ਦੇ ਵਾਸੀ ਇਹ ਮਹਾਰਾਜ ਜੀ ਦੀ ਕਲਾ ਸ਼ਕਤੀ ਨੂੰ ਲਖਣ ਲੱਗ ਪਏ, ਜਾਣਨ ਲੱਗ ਪਏ। ਫੇਰਿਓ ਬਹੁਰ ਸੁਭਾਵ। ਸਤਿਗੁਰੂ ਜੀ ਨੇ ਆਪਣਾ ਸੁਭਾਅ ਹੀ ਫੇਰ ਲਿਆ। ਫਿਰ ਮਹਾਰਾਜ ਜੀ ਨੇ ਸੁਭਾਅ ਜਿਹੜਾ ਸੀ ਸਤਿਗੁਰਾਂ ਜੀ ਨੇ ਬਦਲ ਲਿਆ। ਭਏ ਬਾਲ ਅਨਜਾਨ ਸੇ। ਜਿਵੇਂ ਬਾਲਕ ਹੁੰਦੇ ਆ ਅਣਜਾਣ, ਕੁਝ ਨਹੀਂ ਪਤਾ ਹੁੰਦਾ, ਉਸ ਤਰ੍ਹਾਂ ਦਾ ਸਤਿਗੁਰਾਂ ਜੀ ਨੇ ਸੁਭਾਅ ਕਰ ਲਿਆ। ਕੀਨੋ ਆਪਨ ਛਪਾਵ। ਆਪਣਾ ਆਪ ਜਿਹੜਾ ਸੀ ਸੱਚੇ ਪਾਤਸ਼ਾਹ ਨੇ ਛਪਾ ਲਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਸ਼ਕਤੀ ਛਪਾ ਲੈਂਦੇ ਐ। ਪਰ ਭਾਈ ਸਾਹਿਬ ਜੀ ਨੇ ਵੀ ਲਿਖਿਆ ਕਿ ਜਾਹਰ ਕਲਾ ਨਾ ਛਪੈ ਛਪਾਈ। ਸੱਚੇ ਪਾਤਸ਼ਾਹ ਜੀ ਦੀ ਤਾਂ ਜਾਹਰ ਕਲਾ ਏ, ਇਹ ਛਪਾਇਆ ਛੁਪਦੀ ਨਹੀਂ। ਮਹਾਰਾਜ ਜੀ ਦਰਸ਼ਨ ਹੀ ਐਡਾ ਪ੍ਰਤਾਪੀ ਹੈ ਸੱਚੇ ਪਾਤਸ਼ਾਹ ਦਾ ਕਿ ਵੇਖਣ ਵਾਲੇ ਦੇ ਦੁੱਖ ਟੁੱਟ ਜਾਂਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਆਪ ਸਤਿਗੁਰਾਂ ਜੀ ਨੇ ਛਪਾ ਲਿਆ ਏ। ਸਵਈਆ ਪੁਰ ਬਾਹਰ ਜਾਏ ਤਰੇ ਤਰ ਕੈ। ਸੱਚੇ ਪਾਤਸ਼ਾਹ ਜੀ ਬਾਹਰ ਜਾ ਕੇ ਨਗਰ ਤੋਂ ਇੱਕ ਰੁੱਖ ਦੇ ਥੱਲੇ ਪਟ ਤਾਨ ਸਰੀਰ ਪੈ ਪੌਡੇ ਰਹੈ। ਸੱਚੇ ਪਾਤਸ਼ਾਹ ਜੀ ਵਸਤਰ ਸਰੀਰ ਤੇ ਪਾ ਕਰਕੇ ਤੇ ਮਹਾਰਾਜ ਬਰਾਜੇ ਹਨ। ਇਉਂ ਕਿੰਨਾ ਸਤਿਗੁਰੂ ਜੀ ਸਮਾਂ ਉੱਥੇ ਹੀ ਪਏ ਰਹੇ ਹਨ। ਨਹਿ ਬੋਲਤ ਕੋ ਬੁਲਾਵਤ ਹੈ। ਨਹੀਂ ਮਹਾਰਾਜ ਬੋਲਦੇ, ਜੇ ਕੋਈ ਬੁਲਾਉਂਦਾ ਵੀ ਹੈ ਤਾਂ ਨਰ ਬੇਖੁਦ ਅੰਤਰ ਧਿਆਨ ਲਹੈ। ਸੱਚੇ ਪਾਤਸ਼ਾਹ ਜੀ ਬਾਹਰੋਂ ਬੇਖਬਰ ਹੋ ਗਏ, ਅੰਤਰ ਧਿਆਨ ਸਤਿਗੁਰੂ ਜੀ ਹੋ ਗਏ। ਅੰਤਰਮੁਖੀ ਬਿਰਤੀ ਕਰ ਲਈ ਮਹਾਰਾਜ ਜੀ ਨੇ। ਕਬ ਆਨ ਪਰੈ ਘਰ ਮਾਤ ਉਠਾਵਤ। ਕਦੇ ਆ ਕਰਕੇ ਘਰ ਵੀ ਜੇ ਲੰਮੇ ਪੈ ਜਾਂਦੇ ਆ ਤੇ ਮਾਤਾ ਜੀ ਜੇ ਉਠਾਉਂਦੇ ਹਨ ਤੋ ਪੇ ਉਠੈ ਨਹਿ ਮੌਨ ਗਹੈ। ਤਾਂ ਵੀ ਮਹਾਰਾਜ ਉੱਠਦੇ ਨਹੀਂ। ਸਤਿਗੁਰੂ ਜੀ ਨੇ ਚੁੱਪ ਧਾਰ ਲਈ ਹੈ। ਇੱਕ ਠੌਰ ਪਏ ਜੁਗ ਬਾਸੁਰ ਬੀਤੇ। ਇਹ 2 ਦਿਨ ਬਤੀਤ ਹੋ ਗਏ ਮਹਾਰਾਜ ਨੂੰ ਇੱਕ ਥਾਂ ਤੇ ਪਿਆ ਹੋਇਆ। ਹੇਰ ਕੈ ਮਾਨਵ ਐਸੇ ਕਹੈ। ਵੇਖ ਕੇ ਲੋਕ ਇਸ ਤਰ੍ਹਾਂ ਕਹਿਣ ਲੱਗ ਪਏ, ਥੋ ਮਤਵਾਨ ਵੱਡੋ ਸੁਰ ਗਿਆਨ। ਇਹ ਸੀਗੇ ਤਾਂ ਬੜੇ ਸਿਆਣੇ, ਬੜੇ ਦੇਵਤਿਆਂ ਵਰਗੀ ਮੱਤ ਸੀਗੀ ਇਹਨਾਂ ਦੀ। ਭਇਓ ਅਨਜਾਨ ਸਾ ਕੌਣ ਹੈ ਹੇਤੂ। ਤੇ ਪਤਾ ਨਹੀਂ ਅਣਜਾਣ ਜੇ ਹੋ ਗਏ ਆ, ਕੀ ਕਾਰਨ ਬਣਿਆ ਹੈ, ਇਹ ਕਿਹੜਾ ਹੇਤ ਕਿਹੜਾ ਕਾਰਨ ਹੋਇਆ, ਕੀ ਗੱਲ ਹੋ ਗਈ ਪਤਾ ਨਹੀਂ। ਦੇਵਤਿਆਂ ਵਰਗਾ ਗਿਆਨ ਸੀ, ਬੜੀ ਸਿਆਣੀ ਮੱਤ ਸੀ, ਪਤਾ ਨਹੀਂ ਕੀ ਕਾਰਨ ਹੋਇਆ ਕਿ ਇਸ ਤਰ੍ਹਾਂ ਕਿਉਂ ਹੋ ਗਿਆ ਇਹਨਾਂ ਨੂੰ। ਬੇਖੁਦ ਚਿੱਤ ਉਦਾਸ ਰਹੈ। ਮਹਾਰਾਜ ਚਿੱਤ ਵਿੱਚ ਉਦਾਸ ਰਹਿੰਦੇ ਐ। ਸੱਚੇ ਪਾਤਸ਼ਾਹ ਜੀ ਬੇਖੁਦੀ ਧਾਰਨ ਕਰ ਲਈ ਹੈ, ਭਾਵ ਬੇਖਬਰ ਹੋ ਗਏ ਬਾਹਰ ਦੇ ਸਾਰੇ ਵਿਹਾਰ ਵੱਲੋਂ। ਕਛ ਹੋਤ ਭਇਓ ਪਰਛਾਵਹੁ ਪ੍ਰੇਤੂ। ਇਉਂ ਕਈ ਸੋਚਦੇ ਐ ਕਿ ਕੁਝ ਜਾਂ ਤਾਂ ਪ੍ਰੇਤ ਛਾਇਆ ਹੋ ਗਈ ਲੱਗਦੀ ਹੈ ਉਨਮਤ ਦਸ਼ਾ ਦਿਸ ਆਵਤ। ਸੱਚੇ ਪਾਤਸ਼ਾਹ ਜੀ ਦੀ ਜਿਹੜੀ ਦਸ਼ਾ ਹੈ, ਹਾਲਤ ਜਿਹੜੀ ਆ ਉਹ ਇਉਂ ਦਿਖਾਈ ਪੈਂਦੀ ਹੈ ਜਿਵੇਂ ਕੋਈ ਮਸਤ ਹੁੰਦਾ ਹੈ।
ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਲਤ ਜਿਹੜੀ ਹੈ ਨਾ ਉਹ ਮਸਤੀ ਵਾਲੀ ਹੈ। ਸੁਧ ਨਾ ਦੇਹ ਕੀ ਬਾਹਨ ਕੇਤੂ। ਮਹਾਰਾਜ ਸਾਹਿਬ ਜੀ ਨੂੰ ਮਹਾਰਾਜ ਬਾਹਰ ਦੀ ਘਰ ਦੀ ਕੋਈ ਖਬਰ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਉਂ ਮਸਤ ਵਾਲੀ ਜਿਹੜੀ ਹੈ ਨਾ ਬਿਰਤੀ ਉਹ ਧਾਰਨ ਕਰ ਲਈ ਹੈ। ਮਸਤ ਹੈ ਸੱਚੇ ਪਾਤਸ਼ਾਹ ਜੀ ਦੀ ਬਿਰਤੀ, ਇਉਂ ਮਸਤ ਸੁਭਾਅ ਧਾਰਨ ਕਰ ਲਿਆ ਏ। ਫਿਰ ਪੜ੍ਹਦੇ ਹੋ ਸੁਧ ਨਾ ਦੇਹ ਕੀ ਬਾਹਨ ਕੇਤੂ। ਦੇਹ ਦੀ ਵੀ ਸੁੱਧ ਨਹੀਂ ਮਹਾਰਾਜ ਸਾਹਿਬ ਨੇ ਰੱਖੀ, ਬਾਹਰ ਦੀ ਘਰ ਦੀ ਕੋਈ ਖਬਰ ਨਹੀਂ। ਇਉਂ ਸਤਿਗੁਰੂ ਜੀ ਮਸਤ ਹੋ ਗਏ ਹਨ। ਬੈਨ ਭਨੈ ਨਹਿ ਨੈਣ ਉਘਾਰਤ। ਜੇ ਕੋਈ ਬੋਲਦਾ ਵੀ ਹੈ ਸਤਿਗੁਰਾਂ ਜੀ ਨੂੰ ਬੁਲਾਉਂਦਾ ਹੈ ਆ ਕਰਕੇ, ਮਹਾਰਾਜ ਨੇਤਰ ਹੀ ਨਹੀਂ ਖੋਲਦੇ। ਫੇਰ ਕਹੈ ਜੋ ਜਾਨ ਨਾ ਭੇਤੂ। ਤੇ ਵੇਖ ਕਰਕੇ ਕੋਈ ਇਉਂ ਕਹਿ ਦਿੰਦੇ ਆਪੋ ਆਪਣੀ ਮਰਜ਼ੀ ਮਤ ਅਨੁਸਾਰ, ਜਿਹੜੇ ਭੇਦ ਨਹੀਂ ਜਾਣਦੇ ਸੱਚੇ ਪਾਤਸ਼ਾਹ ਦਾ। ਕਾਲੂ ਕੋ ਚਿੰਤ ਬਦੀ ਸੁਤ ਦੇਖ। ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਵੱਲ ਵੇਖ ਕਰਕੇ ਬਾਬਾ ਕਾਲੂ ਜੀ ਨੂੰ ਬਹੁਤ ਚਿੰਤਾ ਮਨ ਵਿੱਚ ਵਧੀ ਹੈ। ਬਛੇਖ ਉਪਾਏ ਕਰੇ ਜੋ ਬਤਾਇਆ। ਜੋ ਜੋ ਕਿਸੇ ਨੇ ਯਤਨ ਦੱਸਿਆ ਉਹ ਸਾਰੇ ਹੀ ਉਪਾਅ ਬਹੁਤੇ ਜ਼ਿਆਦੇ ਬਾਬਾ ਕਾਲੂ ਜੀ ਨੇ ਕਰਨਾ ਕੀਤੇ। ਫੇਰ ਮੁਲਾਨੇ ਕੇ ਪਾਸ ਗਇਓ। ਫਿਰ ਮੁਲਾਨਾ ਜੀ ਦੇ ਕੋਲ ਮਹਾਰਾਜ ਦੇ ਪਿਤਾ ਜੀ ਚਲੇ ਗਏ। ਸਭ ਨਾਨਕ ਕੋ ਬਿਰਤਾਂਤ ਸੁਨਾਇਆ। ਜੋ ਗੁਰੂ ਸਾਹਿਬ ਦਾ ਹਾਲ ਹੈ ਇਸ ਸਮੇਂ ਉਹ ਸਾਰਾ ਬਿਰਤਾਂਤ ਜਾ ਕਰਕੇ ਮੁਲਾਨਾ ਜੀ ਨੂੰ ਸੁਣਾਇਆ। ਹੋਸ਼ ਭਈ ਫਰਮੋਸ਼ ਸਬੈ ਤਿਹ। ਕਹਿਣ ਲੱਗੇ ਮੇਰੇ ਪੁੱਤਰ ਨੂੰ ਹੋਸ਼ ਤਾਂ ਸਾਰੀ ਹੀ ਚਲੀ ਗਈ ਹੈ। ਕੋ ਬਿਦ ਪਾਰਸੀ ਤੋਹੇ ਪੜਾਇਆ। ਇਹ ਮੌਲਾਨਾ ਜੀ ਤੁਸੀਂ ਕਿਹੜੇ ਤਰੀਕੇ ਨਾਲ ਫਾਰਸੀ ਮੇਰੇ ਪੁੱਤਰ ਨੂੰ ਪੜ੍ਹਾ ਦਿੱਤੀ ਹੈ? ਉਹ ਤਾਂ ਸਾਰੀ ਹੋਸ਼ ਹੀ ਗਵਾ ਬੈਠਾ ਏ। ਆਪ ਚਲੋ ਸੁਧ ਲੀਜੀਏ ਹੇਰ ਕੈ। ਆਪ ਹੁਣ ਚਲੋ ਮੇਰੇ ਨਾਲ ਤੇ ਖਬਰ ਲਓ ਸਾਰੀ ਵੇਖ ਕਰਕੇ ਚੰਗੀ ਤਰ੍ਹਾਂ। ਭੇਵ ਲਖੋ ਕੇ ਪਰੀ ਤਿਹ ਛਾਇਆ। ਭੇਦ ਜਾਣੋ ਕਿ ਜਾਂ ਕੋਈ ਛਾਇਆ ਹੀ ਪੈ ਗਈ ਹੈ ਕਿਸੇ ਪ੍ਰਕਾਰ। ਕਾਲੂ ਕੇ ਸੰਗ ਮੁਲਾਨਾ ਗਇਓ। ਤੇ ਸਮੇਂ ਬਾਬਾ ਕਾਲੂ ਜੀ ਦੇ ਨਾਲ ਮੁਲਾਨਾ ਜੀ ਚੱਲ ਪਏ। ਜਹ ਨਾਨਕ ਜੀ ਧਰ ਪੌੜ ਰਹੈ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਧਰਤੀ ਤੇ ਸੱਚੇ ਪਾਤਸ਼ਾਹ ਜੀ ਬਿਰਾਜ ਰਹੇ ਹੈ। ਤਾਨ ਸੰਭਿਆਨ ਸਰੀਰ ਕੇ ਉੱਪਰ। ਸੱਚੇ ਪਾਤਸ਼ਾਹ ਜੀ ਮਹਾਰਾਜ ਚਾਦਰਾ ਆਪਣੇ ਸਰੀਰ ਦੇ ਉੱਪਰ ਲੈ ਕਰਕੇ ਬੇਗਮ ਹੀ ਅਵਨੀ ਪੈ ਅਹੈ। ਸੱਚੇ ਪਾਤਸ਼ਾਹ ਜੀ ਅਚਿੰਤ ਹੋ ਕਰਕੇ ਧਰਤੀ ਤੇ ਗਰੀਬ ਨਵਾਜ ਜੀ ਲੰਮੇ ਪਏ ਹੋਏ ਹਨ। ਮਾਨਵ ਆਨ ਭਏ ਇਕੱਠੇ ਬਹੁ। ਬਹੁਤ ਲੋਕ ਹੋਰ ਵੀ ਇਕੱਠੇ ਹੋ ਗਏ। ਜਦੋਂ ਮੌਲਾਨਾ ਜੀ ਆਏ ਚੱਲ ਕਰਕੇ ਬਹੁਤ ਸਾਰੇ ਹੋਰ ਵੀ ਲੋਕ ਉੱਥੇ ਇਕੱਠੇ ਹੋ ਗਏ ਵੇਖਣ ਲਈ। ਬੈਨ ਸੁਨੈ ਸ਼ਰੁਤ ਐਸੇ ਚਹੈ। ਆਪਣੇ ਮਨ ਵਿੱਚ ਇਉਂ ਸਾਰੇ ਚਾਹੁੰਦੇ ਐ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਸੀਂ ਕੰਨਾਂ ਵਿੱਚ ਸੁਣੀਏ। ਹੇਰ ਹੈਰਾਨ ਸਮਾਨ ਤਬੈ। ਤਦੋਂ ਬਹੁਤ ਹੈਰਾਨ ਜੇ ਹੋ ਕਰਕੇ ਸਾਰੇ ਮਨ ਹੋਏ ਹੈਰਾਨ ਸੋ ਵਾਕ ਕਹੈ। ਤੇ ਇਉਂ ਸੋਚਦੇ ਐ ਕਿ ਹੈਰਾਨ ਕਰਨ ਵਾਲੇ ਅਚਰਜ ਵਾਕ ਜਿਹੜੇ ਆ ਉਹ ਆਪਣੇ ਮੁਖ ਤੋਂ ਗੁਰੂ ਜੀ ਕਹਿਣ। ਮਹਾਰਾਜ ਗੁਰੂ ਨਾਨਕ ਸਾਹਿਬ ਇਉਂ ਸੁਣਨ ਲਈ ਸਾਰੇ ਆਏ, ਬੜੇ ਹੈਰਾਨ ਹਨ ਕਿ ਇਹ ਕੀ ਹੋਇਆ ਹੈ ਗੁਰੂ ਸਾਹਿਬ ਜੀ ਨੂੰ। ਕਬਿਤ ਜਾਏ ਕੇ ਮੁਲਾਨੇ ਨੇ ਦੁਆਏ ਕਰੀ ਬੈਸ ਢਿੱਗ। ਗੁਰੂ ਸਾਹਿਬ ਜੀ ਦੇ ਕੋਲ ਬੈਠ ਕਰਕੇ ਮੌਲਾਨਾ ਜੀ ਨੇ ਦੁਆ ਕਰਨਾ ਕੀਤੀ। ਤੁਮ ਪਰ ਮਿਹਰ ਸੋ ਪਰਵਦਗਾਰ ਕੀ। ਕਹਿਣ ਲੱਗਿਆ ਕਿ ਪਾਲਣਹਾਰ ਪਰਮੇਸ਼ਰ ਦੀ ਤੁਹਾਡੇ ਉੱਤੇ ਬੜੀ ਮਿਹਰ ਹੈ ਨਾਨਕ ਜੀ। ਬੈਸ ਲਗ ਮਾਹੇ ਭਈ ਸੇ ਮੁਖੀ ਵਸ਼ੇਖ। ਛੋਟੀ ਉਮਰ ਦੇ ਅੰਦਰ ਹੀ ਐਡੀ ਵੱਡੀ ਬੁੱਧੀ ਤੁਹਾਨੂੰ ਪ੍ਰਾਪਤ ਹੋਈ ਹੈ। ਤਬ ਗਿਰਾ ਮੁਖ ਮਾਧੁਰੀ ਸਭਨ ਹਿਤਕਾਰ ਕੀ। ਤੁਹਾਡੇ ਮੁਖ ਦੀ ਜਿਹੜੀ ਮਿੱਠੀ ਬਾਣੀ ਹੈ ਨਾ ਉਹ ਸਾਰਿਆਂ ਦੇ ਮਨ ਨੂੰ ਭਾਉਂਦੀ ਹੈ। ਸਾਰੇ ਹੀ ਜਿਹੜੇ ਆ ਤੁਹਾਡੇ ਬਚਨਾਂ ਕਰਕੇ ਬਹੁਤ ਪ੍ਰੇਮ ਕਰਦੇ ਆ। ਸਭ ਦੇ ਹਿੱਤ ਵਾਲੀ ਭਲੇ ਵਾਲੀ ਬਾਣੀ ਆਪ ਮੁਖ ਤੋਂ ਬੋਲਦੇ ਹੋ। ਸ਼ੁਭ ਹੈ ਸੁਭਾਉ ਭਰਿਓ ਭਾਉ ਸੋ ਸਭਨ ਸੰਗ। ਤੇ ਬੜਾ ਸ਼ੁਭ ਸੁਭਾਅ ਹੈ ਤੁਹਾਡਾ। ਸਾਰਿਆਂ ਦੇ ਨਾਲ ਤੁਹਾਡੇ ਮਨ ਵਿੱਚ ਪ੍ਰੇਮ ਹੈ। ਸਾਰਿਆਂ ਦੇ ਪ੍ਰਤੀ ਤੁਹਾਡਾ ਮਨ ਪ੍ਰੇਮ ਨਾਲ ਭਰਿਆ ਹੋਇਆ ਏ। ਬਦੈ ਗੋ ਪ੍ਰਭਾਉ ਰੀਤ ਜਸ ਵਿਸਤਾਰ ਕੀ। ਬੜਾ ਵੱਡਾ ਪ੍ਰਭਾਵ ਵਧੇਗਾ। ਇਹ ਰੀਤੀ ਜਿਹੜੀ ਹੈ ਨਾ ਇਹ ਨਿਯਮ ਇਹ ਜਸ ਦੇ ਵਿਸਥਾਰ ਵਾਲਾ ਹੈ।
ਬਹੁਤ ਵੱਡਾ ਤੁਹਾਡਾ ਜਸ ਜਿਹੜਾ ਹੈ ਉਹਦਾ ਵਿਸਥਾਰ ਹੋਵੇਗਾ। ਆਨਨ ਤੇ ਤੂਸ਼ਨ ਕੋ ਕਾਰਨ ਹੈ ਕੌਣ? ਜਿਹੜਾ ਮੁਖ ਤੋਂ ਤੁਸੀਂ ਚੁੱਪ ਧਾਰ ਛੱਡੀ ਹੈ ਇਹਦਾ ਕਾਰਨ ਦੱਸੋ ਕੀ ਹੈ? ਆਨਨ ਤੇ ਤੂਸ਼ਨ ਕੋ ਕਾਰਨ ਹੈ ਕੌਣ ਭਨੋ? ਦੱਸੋ ਸਾਨੂੰ ਬੋਲ ਕਰਕੇ ਕਿਹੜਾ ਕਾਰਨ ਹੈ ਕਿ ਮੁਖ ਤੋਂ ਚੁੱਪ ਕਿਉਂ ਕਰ ਲਈ ਹੈ? ਹੇਰ ਤੁਮੈ ਤਾਤ ਸੁਧ ਤਜੀ ਘਰ ਬਾਰ ਕੀ। ਤੁਹਾਡੇ ਵੱਲ ਵੇਖ ਕਰਕੇ ਤੁਹਾਡੇ ਪਿਤਾ ਜੀ ਨੇ ਘਰ-ਬਾਰ ਦੀ ਸਾਰੀ ਜਿਹੜੀ ਹੈ ਉਹਨਾਂ ਨੂੰ ਸੁਰਤੀ ਭੁੱਲ ਗਈ ਹੈ। ਘਰ-ਬਾਰ ਦੇ ਕੰਮਕਾਰ ਦਾ ਹੀ ਉਹਨਾਂ ਨੂੰ ਖਿਆਲ ਨਹੀਂ ਰਿਹਾ। ਇਸ ਤਰ੍ਹਾਂ ਤੁਹਾਡੇ ਵੱਲ ਵੇਖ ਕਰਕੇ ਚਿੰਤਤ ਹਨ। ਦੋਹਰਾ ਮਸਟ ਕਰੀ ਨਾਨਕ ਤਬੈ। ਤਦੋਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਮੌਲਾਨਾ ਜੀ ਨੇ ਸਾਰਾ ਕੁਝ ਕਿਹਾ, ਪਰ ਮਹਾਰਾਜ ਨੇ ਤਾਂ ਵੀ ਚੁੱਪ ਧਾਰ ਛੱਡੀ ਹੈ। ਦਇਓ ਨਾ ਉੱਤਰ ਕੋਏ। ਹਜ਼ੂਰ ਨੇ ਕੋਈ ਵੀ ਮੌਲਾਨਾ ਜੀ ਦੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਦੀਨ ਭਇਓ ਮੁੱਲਾ ਹਿਰਦੈ। ਤਦੋਂ ਮੌਲਾਨਾ ਜੀ ਹਿਰਦੇ ਦੇ ਅੰਦਰ ਬਹੁਤ ਅਧੀਨ ਜੇ ਹੋ ਗਏ, ਬੜੀ ਨਿਮਰਤਾ ਵਿੱਚ ਆ ਗਏ। ਬਹੁਰੋ ਬਚਨ ਬਗੋਏ। ਤੇ ਬਾਹਰੋਂ ਫਿਰ ਆਪਣੇ ਮੁਖ ਤੋਂ ਬਚਨ ਬਗੋਏ ਕਹਿਣ ਲੱਗੇ। ਮੌਲਾਨਾ ਜੀ ਫਿਰ ਬੋਲਣ ਲੱਗੇ। ਸਵਈਆ ਆਏ ਖਰੇ ਨਰ ਪਾਸ ਜਿਤੇ ਤੁਵ। ਕਹਿਣ ਲੱਗੇ, ਹੈ ਨਾਨਕ ਜੀ, ਜਿੰਨੇ ਵੀ ਇਹ ਤੁਹਾਡੇ ਕੋਲ ਆ ਕਰਕੇ ਸਾਰੇ ਲੋਕ ਖਲੋਤੇ ਐ, ਬੈਨ ਸੁਨੈ ਮਨ ਚਾਹੇ ਇਹੀ। ਇਹਨਾਂ ਦੇ ਸਭ ਦੇ ਮਨ ਦੇ ਅੰਦਰ ਇਹੀ ਇੱਛਾ ਹੈ ਕਿ ਤੁਹਾਡੇ ਬਚਨ ਸੁਣਨਾ ਚਾਹੁੰਦੇ ਐ। ਆਨਨ ਤੇ ਨਹਿ ਬੋਲਤ ਹੋ ਬਚ। ਫਿਰ ਪੜੋ। ਆਨਨ ਤੇ ਨਹਿ ਬੋਲਤ ਹੋ ਬਚ। ਤੁਸੀਂ ਆਪਣੇ ਮੁਖ ਤੋਂ ਬਚਨ ਨਹੀਂ ਬੋਲਦੇ ਹੋ। ਹੋਵਤ ਰੰਜ ਹਿਰਦੈ ਸਭ ਹੀ। ਸਾਰਿਆਂ ਦੇ ਹਿਰਦੇ ਵਿੱਚ ਇਸ ਕਰਕੇ ਬਹੁਤ ਦੁੱਖ ਹੁੰਦਾ ਹੈ। ਬੜਾ ਮਨ ਦੇ ਅੰਦਰ ਜਿਹੜੀ ਇਹ ਚਿੰਤਾ ਹੈ, ਸਭ ਦੇ ਰੰਜ ਕਰਦੇ ਆ, ਸਭ ਮਨ ਦੇ ਅੰਦਰ ਦੁੱਖ ਮੰਨਦੇ ਹਨ। ਮੋਹਿ ਕਹੇ ਤੁਮ ਬੋਲੋ ਹੋ ਥੋਰ ਸਾ। ਮੇਰੇ ਕਹੇ ਤੁਸੀਂ ਥੋੜਾ ਜਿਹਾ ਬੋਲਣਾ ਕਰੋ। ਮਾਨੀ ਹਰਾਨੀ ਸੋ ਕੈਸੇ ਕਹੀ। ਤੋ ਤੁਸੀਂ ਕਿਉਂ ਇੰਨੀ ਹੈਰਾਨੀ ਮਨ ਦੇ ਅੰਦਰ ਮੰਨੀ ਹੋਈ ਹੈ? ਕਿਸ ਤਰ੍ਹਾਂ ਹੈਰਾਨੀ ਮਨ ਦੇ ਅੰਦਰ ਮੰਨੀ ਹੋਈ ਹੈ? ਕਿਸੇ ਤਰ੍ਹਾਂ ਤਾਂ ਕੋਈ ਗੱਲ ਆਪਣੇ ਮੁਖ ਤੋਂ ਕਹੋ ਨਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਮੌਲਾਨਾ ਜੀ ਨੇ ਕਿਹਾ ਕਿ ਮੇਰੇ ਕਹੇ ਹੀ ਥੋੜਾ ਜਿਹਾ ਬੋਲੋ। ਤੇ ਕਿਸ ਕਾਰਨ ਕਰਕੇ ਤੁਸੀਂ ਇੰਨੀ ਅਚਰਜਤਾਈ, ਇੰਨੀ ਹੈਰਾਨੀ ਕਿਉਂ ਧਾਰਨ ਕੀਤੀ ਹੈ? ਹੇਤ ਖੁਦਾਏ ਉਠੋ ਇੱਕ ਬਾਰ। ਫਿਰ ਜਦੋਂ ਮੌਲਾਨਾ ਜੀ ਨੇ ਵੇਖਿਆ ਕਿ ਮਹਾਰਾਜ ਬੋਲਦੇ ਹੀ ਨਹੀਂ, ਉੱਠਦੇ ਹੀ ਨਹੀਂ, ਬਚਨ ਨਹੀਂ ਕਰਦੇ, ਤੇ ਫਿਰ ਮੌਲਾਨਾ ਜੀ ਨੇ ਕਿਹਾ, ਹੇਤ ਖੁਦਾਏ ਉਠੋ ਇੱਕ ਬਾਰ। ਖੁਦਾ ਦਾ ਵਾਸਤਾ ਜੇ ਨਾਨਕ ਜੀ, ਇੱਕ ਵਾਰ ਉੱਠਣਾ ਕਰੋ। ਉਚਾਰ ਕਰੋ ਔਰ ਜੈਸੇ ਅਹੀ। ਉਹ ਦਸ ਕਰਕੇ ਜਿਹੜਾ ਹੈ ਸਮਝਾਉਣਾ ਕਰੋ। ਜੋ ਤੁਹਾਡੇ ਅੰਦਰ ਹਿਰਦੇ ਵਿੱਚ ਹੈ ਗੱਲ, ਉਹ ਬੋਲ ਕੇ ਦੱਸਣਾ ਕਰੋ। ਅੜਿਲ ਮੁੱਲਾ ਕੇ ਸੁਨ ਬੈਨ। ਮੁੱਲਾਂ ਦੇ ਇਹ ਬੈਨ ਬਚਨ ਸੁਣ ਕਰਕੇ ਦੀਨ ਅਤ ਜੋ ਭਇਓ। ਜੋ ਬਹੁਤ ਅਧੀਨਤਾ ਨਿਮਰਤਾ ਦੇ ਸਹਿਤ ਬੋਲੇ ਹਨ ਮੁੱਲਾਂ ਜੀ ਨੇ ਆਪਣੇ ਮੁਖ ਤੋਂ। ਬਹੁਰੋ ਹੇਤ ਖੁਦਾਏ। ਬਹੁਰੋ ਫਿਰ ਖੁਦਾ ਦਾ ਵਾਸਤਾ ਪਾ ਕਰਕੇ ਕਿਹਾ ਏ। ਨਾਮ ਮੁਖ ਤੇ ਕਹਿਓ। ਤੇ ਖੁਦਾ ਦਾ ਨਾਮ ਮੁਖ ਤੋਂ ਕਹਿਣਾ ਕੀਤਾ ਜਿਸ ਵਕਤ ਮੁੱਲਾਂ ਜੀ ਨੇ। ਦੋਨੋਂ ਚਸ਼ਮ ਕੁਸ਼ਾਦ। ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਵੇਂ ਚਸ਼ਮ ਜਿਹੜੇ ਨੇਤਰ ਹੈ ਨਾ, ਉਹ ਕੁਸ਼ਾਦ ਫਿਰ ਸਤਿਗੁਰਾਂ ਜੀ ਨੇ ਖੋਲੇ ਹੈ। ਜਦੋਂ ਖੁਦਾ ਦੇ ਨਾਮ ਦਾ ਵਾਸਤਾ ਪਾਇਆ, ਸੱਚੇ ਪਾਤਸ਼ਾਹ ਜੀ ਮਹਾਰਾਜ ਬਰਾਜਿਆਂ ਹੋਇਆਂ ਨੇ, ਹਜੂਰ ਨੇ ਆਪਣੇ ਦੋਵੇਂ ਨੇਤਰ ਹਜੂਰ ਨੇ ਉਘੇੜੇ ਆ, ਖੋਲੇ ਹਨ। ਨਿਸਸਤੇ ਸਾਮੁਹੇ। ਤੇ ਸਾਹਮਣੇ ਮਹਾਰਾਜ ਉੱਠ ਕਰਕੇ ਹਜੂਰ ਬੈਠ ਗਏ ਸਭ ਦੇ। ਹੋ ਬੋਲੇ ਰਾਗ ਤਲੰਗ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਤਲੰਗ ਰਾਗ ਦੇ ਵਿੱਚ ਹਜੂਰ ਆਪਣੇ ਸ਼੍ਰੀ ਕੰਠ ਤੋਂ ਤੇ ਸਮੇਂ ਬਚਨ ਜਿਹੜਾ ਸੀ ਮਹਾਰਾਜ ਬੋਲੇ। ਇਹ ਸ਼੍ਰੀ ਮੁਖਵਾਕ ਸਤਿਗੁਰਾਂ ਜੀ ਦੀ ਪਵਿੱਤਰ ਬਾਣੀ ਜੋ ਤਲੰਗ ਰਾਗ ਵਿੱਚ ਦਰਜ ਹੈ। ਸ਼ਬਦ ਜੋ ਦੁਖ ਦਹੇ। ਐਸਾ ਸ਼ਬਦ ਸਤਿਗੁਰਾਂ ਜੀ ਨੇ ਉਚਾਰਨ ਕੀਤਾ ਜੋ ਸਾਰੇ ਦੁੱਖਾਂ ਨੂੰ ਹੀ ਸਾੜ ਦੇਵੇ, ਸਾਰੇ ਪਾਪਾਂ ਨੂੰ ਹੀ ਸਾੜ ਦੇਵੇ, ਦੁੱਖਾਂ ਨੂੰ ਨਸ਼ਟ ਕਰ ਦੇਵੇ। ਐਸਾ ਸ਼ਬਦ ਆਪਣੇ ਮੁਖ ਤੋਂ ਸਤਿਗੁਰਾਂ ਜੀ ਨੇ ਕਿਹਾ। ਸ੍ਰੀ ਮੁਖਵਾਕ ਦੁਨੀਆ ਮੁਕਾਮੇ ਫਾਨੀ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਮੁੱਲਾਂ ਜੀ, ਇਹ ਦੁਨੀਆ ਦਾ ਜਿਹੜਾ ਮੁਕਾਮ ਥਾਂ ਹੈ, ਇਹ ਤਾਂ ਫਾਨੀ ਹੈ, ਨਾਸ਼ ਹੋ ਜਾਣ ਵਾਲਾ ਏ। ਤਹਿਕੀਕ ਦਿਲਦਾਨੀ। ਤੇ ਦਿਲ ਦੇ ਅੰਦਰ ਜਿਹੜਾ ਹੈ ਦਾਨੀ ਜਾਣਿਆ ਹੈ
ਕਿ ਇਹ ਬਹੁਤ ਹੀ ਤਹਕੀਕ ਸੱਚਾ ਹੈ। ਨਿਸ਼ਚੇ ਕਰਕੇ ਇਸ ਨੂੰ ਜਿਹੜਾ ਹੈ ਉਹ ਠਹਿਰਨ ਵਾਲਾ ਸਮਝਿਆ ਹੋਇਆ ਏ। ਮਮ ਸਰ ਮੂਏ ਅਜਰਾਈਲ ਗਿਰਫਤਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਭਾਵੇਂ ਕਿ ਗੱਲਬਾਤ ਦੇ ਦੌਰਾਨ ਹੀ ਸਤਿਗੁਰਾਂ ਸਿੱਖਿਆ ਦਿੱਤੀ ਸੀ। ਕਹਿਣ ਲੱਗਾ, ਮੌਲਾਨੇ ਨੇ ਕਿਹਾ ਅੱਗੇ ਕਬੀਰਾਜ ਜ਼ਿਕਰ ਕਰ ਦੇਣਗੇ, ਕਹਿਣ ਲੱਗਾ ਕਿ ਮਹਾਰਾਜ ਇਹ ਤਾਂ ਬਿਰਧ ਹੋ ਕੇ ਗੱਲ ਕਹਿਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਸਾਨੂੰ ਤਾਂ ਇਉਂ ਲੱਗ ਰਿਹਾ ਕਿ ਮਮ ਸਰ ਮੂਏ ਇਜ਼ਰਾਈਲ ਗ੍ਰਿਫਤ ਹੈ, ਕਿ ਮਮ ਮੇਰੇ ਸਰ ਸਿਰ ਦੇ ਮੂਏ ਜਿਹੜੇ ਕੇਸ ਹਨ ਉਹ ਮੌਤ ਦੇ ਇਜ਼ਰਾਈਲ, ਜਿਹੜਾ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ ਹੈ ਇਸਲਾਮ ਦੇ ਅੰਦਰ, ਉਸ ਮੌਤ ਦੇ ਫਰਿਸ਼ਤੇ ਨੇ ਜਿਹੜੇ ਆ ਮੇਰੇ ਸਿਰ ਦੇ ਕੇਸ ਜਿਹੜੇ ਉਹ ਪਕੜੇ ਹੋਏ ਹਨ। ਦਿਲ ਹੇਚ ਨਾ ਦਾਨੀ, ਦਿਲ ਦੇ ਅੰਦਰ ਥੋੜਾ ਜਿੰਨਾ ਵੀ ਇਸ ਗੱਲ ਨੂੰ ਨਹੀਂ ਜਾਣਨਾ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮੌਲਾਨੇ ਨੂੰ ਇਸ ਗੱਲ ਦਾ ਪ੍ਰਤਿਆਵਾ ਦਿਖਾਉਣ ਲਈ ਹਜੂਰ ਨੇ ਸਾਡੇ ਜੀਆਂ ਨੂੰ ਇਸ ਗੱਲ ਦਾ ਪ੍ਰਤਿਆਵਾ ਦਿਖਾਉਣ ਲਈ, ਕਿਉਂਕਿ ਜੀਵ ਸਮਝਦੇ ਐ ਮੌਤ ਬਹੁਤ ਦੂਰ ਵੈ, ਤੇ ਸੱਚੇ ਪਾਤਸ਼ਾਹ ਜੀ ਦਿਖਾਉਂਦੇ ਆ ਉਪਦੇਸ਼ ਦੇ ਅੰਦਰ ਕਿ ਜਿਸ ਜੀ ਨੂੰ ਤੂੰ ਦੂਰ ਸਮਝਦਾ ਹੈ ਉਹ ਦੂਰ ਨਹੀਂ, ਉਹ ਤੇਰੇ ਬਹੁਤ ਨੇੜੇ ਹੈ। ਇਹ ਤੇਰੇ ਮਨ ਦਾ ਭਰਮ ਹੈ, ਭੁਲੇਖਾ ਹੈ। ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਸਭ ਕੁਝ ਚੱਲ ਰਿਹਾ ਹੈ ਤੇ ਤੂੰ ਆਪਣੇ ਮਰਨ ਨੂੰ ਭੁਲਾਇਆ ਹੋਇਆ ਹੈ, ਜਿਸ ਕਰਕੇ ਕਿ ਸੰਸਾਰ ਦੀਆਂ ਚੀਜ਼ਾਂ ਤੈਨੂੰ ਬੜੀਆਂ ਮਿੱਠੀਆਂ ਤੇ ਚੰਗੀਆਂ ਲੱਗਦੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਉਪਦੇਸ਼ ਦਿੱਤਾ ਹੈ, ਅੱਗੇ ਕਵੀਰਾਜ ਇਸ ਦਾ ਟੀਕਾ ਵੀ ਕਰਦੇ ਹਨ। ਰਹਾਉ ਵਿਸ਼ਰਾਮ ਦੀਆਂ ਇਹ ਪੰਕਤੀਆਂ ਹਨ। ਭਾਵੇਂ ਸ਼ਬਦ ਦੀ ਆਰੰਭਤਾ ਤਾਂ ਜਿਹੜਾ ਹੈ ਯਕ ਅਰਜ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਬਦਗਾਰ। ਇਹ ਪਹਿਲੀਆਂ ਦੋ ਤੁਕਾਂ ਤੋਂ ਅੱਗੇ ਜਿਹੜੀਆਂ ਹਨ ਇਹ ਤੁਕਾਂ ਆਰੰਭ ਹੋਈਆਂ, ਕਿਉਂਕਿ ਸ਼ਬਦ ਦਾ ਸਥਾਈ ਭਾਵ ਜਿਹੜਾ ਰਹਾਉ ਦੀਆਂ ਪੰਕਤੀਆਂ ਹੁੰਦੀਆਂ ਤੇ ਇਸ ਦੇ ਅਰਥ ਭਾਵ ਤੇ ਸਾਰਾ ਸ਼ਬਦ ਜਿਹੜਾ ਹੈ ਨਾ ਉਹ ਵਿਸਥਾਰ ਕਰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਮੌਲਾਨੇ ਨੂੰ ਜਨਾਉਣ ਵਾਸਤੇ ਉਸਨੇ ਕਿਹਾ, ਮਹਾਰਾਜ ਬੋਲਦੇ ਕਿਉਂ ਨਹੀਂ? ਸੱਚੇ ਪਾਤਸ਼ਾਹ ਕਹਿੰਦੇ ਤੇ ਦੁਨੀਆ ਦਾ ਮੁਕਾਮ ਤਾਂ ਨਾਸ਼ਵੰਤ ਅਸੀਂ ਜਾਣ ਲਿਆ ਹੈ। ਕਹਿਣ ਲੱਗਾ, ਮਹਾਰਾਜ ਮੌਤ ਤਾਂ ਦੂਰ ਹੈ। ਸਤਿਗੁਰੂ ਜੀ ਕਹਿੰਦੇ ਉਹ ਮਹਿਸੂਸ ਹੁੰਦਾ ਜਿਵੇਂ ਮੌਤ ਦੇ ਫਰਿਸ਼ਤੇ ਨੇ ਸਿਰ ਦੇ ਵਾਲ ਹੀ ਪਕੜੇ ਹੋਣ, ਤੇ ਦਿਲ ਜਿਹੜਾ ਹੈ ਇਸ ਗੱਲ ਨੂੰ ਜਾਣ ਨਹੀਂ ਰਿਹਾ ਹੈ। ਇਸ ਤਰ੍ਹਾਂ ਹਜੂਰ ਫਰਮਾਉਂਦੇ ਆ, ਚਾਉ ਪਈ ਜੇ ਮਮ ਦਸ਼ਾ ਚਾਹੋ ਤੁਮ ਜਾਨਾ। ਮਹਾਰਾਜ ਨੂੰ ਕਿਹਾ ਨਾ ਮੌਲਾਨੇ ਨੇ ਕਿ ਦੱਸੋ ਤੁਹਾਡੇ ਮਨ ਦੀ ਗੱਲ ਕੀ ਹੈ? ਮਹਾਰਾਜ ਕਹਿੰਦੇ ਜੇ ਸਾਡੀ ਹਾਲਤ ਨੂੰ, ਸਾਡੀ ਦਸ਼ਾ ਨੂੰ ਮੌਲਾਨਾ ਜੀ ਤੁਸੀਂ ਜਾਣਨਾ ਚਾਹੁੰਦੇ ਹੋ ਤੋ ਸ਼ਰੁਤ ਦੇ ਕਰ ਸੁਨ ਮੌਲਾਨਾ। ਤੇ ਕੰਨ ਦੇ ਕਰਕੇ ਫਿਰ ਧਿਆਨ ਨਾਲ ਮੌਲਾਨਾ ਜੀ ਸੁਣਨਾ ਕਰੋ ਕਿ ਸਾਡੀ ਦਸ਼ਾ ਕੀ ਹੈ, ਸਾਡੀ ਹਾਲਤ ਕੀ ਹੈ। ਸ੍ਰੀ ਪਰਮੇਸ਼ਵਰ ਨਾਮ ਜੋ ਲੀਨੋ। ਮਹਾਰਾਜ ਕਹਿੰਦੇ ਜੋ ਸ਼੍ਰੀ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਜੋ ਲੈਣਾ ਕੀਤਾ ਏ, ਜਾਂ ਤੇ ਤੁਮ ਸੋ ਉੱਤਰ ਦੀਨੋ। ਮਹਾਰਾਜ ਕਹਿੰਦੇ ਖੁਦਾ ਦਾ ਵਾਸਤਾ ਪਾਇਆ ਮੌਲਾਨਾ ਜੀ ਤੁਸਾਂ, ਤਾਂ ਕਰਕੇ ਤੁਹਾਡੇ ਤਾਈਂ ਅਸੀਂ ਉੱਤਰ ਦੇਣ ਲੱਗੇ ਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਕਿਹਾ ਜਿਹੜਾ ਸ਼੍ਰੀ ਪਰਮੇਸ਼ਰ ਦਾ ਨਾਮ ਲਿਆ ਨਾ ਤੁਸੀਂ ਆਪਣੇ ਮੁਖ ਤੋਂ, ਤਾਂ ਕਰਕੇ ਅਸੀਂ ਤੁਹਾਨੂੰ ਉੱਤਰ ਦੇਣ ਲੱਗੇ ਆ। ਜੋ ਮਨ ਸਮਝਿਓ ਦੁਨੀ ਮੁਕਾਮੂ। ਮਹਾਰਾਜ ਕਹਿੰਦੇ ਮੌਲਾਨਾ ਜੀ ਜੋ ਮਨ ਦੇ ਅੰਦਰ ਸਮਝਿਆ ਹੋਇਆ ਦੁਨੀਆ ਦਾ ਇਹ ਟਿਕਾਣਾ, ਇਹ ਮੁਕਾਮ, ਸੋ ਜਾਨੋ ਝੂਠੋ ਬਿਨ ਨਾਮੂ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਇਹ ਝੂਠਾ ਹੈ, ਇਸ ਨੂੰ ਮਨ ਦੇ ਅੰਦਰ ਜਾਣਨਾ ਕਰੋ। ਹਰ ਚੰਦੌਰੀ ਪੁਨ ਘਨ ਛਾਇਆ। ਇਹ ਕੈਸਾ ਹੈ? ਹਜੂਰ ਕਹਿੰਦੇ ਹਰੀ ਚੰਦੌਰੀ ਦੀ ਤਰ੍ਹਾਂ ਹੈ। ਘਨ ਬੱਦਲ ਨੂੰ ਕਹਿੰਦੇ ਬੱਦਲ ਦੀ ਛਾਂ ਦੀ ਤਰ੍ਹਾਂ ਹੈ। ਸੰਸਾਰ ਨਹੀਂ ਟਿਕੀ ਰਹਿੰਦੀ ਨਾ ਬੱਦਲ ਦੀ ਛਾਂ, ਇਵੇਂ ਸੰਸਾਰ ਨੂੰ ਕਿਉਂ ਸੱਚਾ ਮੰਨਿਆ ਹੈ? ਹਰ ਚੰਦੌਰੀ ਇਹ ਜਿਹੜੀਆਂ ਪੁਰਾਣਕ ਸਾਖੀਆਂ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ। ਸਤਿਗੁਰੂ ਜੀ ਨੇ ਮਿੱਥਿਆ ਚੀਜ਼ਾਂ ਨਾਲ ਇਸ ਦੀ ਤੁਲਨਾ ਦੇ ਕਰਕੇ ਦੱਸਿਆ ਕਿ ਉਹ ਅਣਹੋਈ ਨਗਰੀ ਹੈ। ਜਿਵੇਂ ਹਰੀਸ਼ ਚੰਦਰ ਰਾਜਾ ਸੀ, ਉਹ ਇਉਂ ਜ਼ਿਕਰ ਆਉਂਦਾ ਹੈ ਕਿ ਉਹ ਆਪਣੀ ਸਾਰੀ ਪੁਰੀ ਸਮੇਤ ਜਦੋਂ ਸਵਰਗਾਂ ਨੂੰ ਚੱਲਿਆ ਸੀਗਾ, ਤੇ ਕਹਿੰਦੇ ਉਹਦੇ ਹਵਾ ਵਿੱਚ ਜਦੋਂ ਉਹਦੀ ਸਾਰੀ ਨਗਰੀ ਹੀ ਉੱਡ ਕੇ ਉੱਪਰ ਨੂੰ ਚੱਲੀ ਤੇ ਉਹਨੂੰ ਮਾਣ ਹੋ ਗਿਆ। ਉੱਪਰ ਉੱਠਣ ਤੋਂ ਗਧੇ ਵੀ ਹੀਂਗ ਪਏ, ਕਹਿੰਦੇ ਬੱਲੇ ਹਰੀਸ਼ ਚੰਦਰ ਤੇਰੇ ਖੋਤੇ ਵੀ ਸੁਰਗਾਂ ਨੂੰ ਚੱਲੇ। ਕਹਿੰਦੇ ਉੱਥੇ ਹੀ ਅਟਕ ਗਈ ਉਹ ਨਗਰੀ।
ਇਸ ਤਰ੍ਹਾਂ ਕਰਕੇ ਇਸ ਹਰਚੰਦੌਰੀ ਦਾ ਇਹਨੂੰ ਗੰਧਰਵਾ ਨਗਰੀ ਵੀ ਕਹਿੰਦੇ ਆ। ਇਸ ਤਰ੍ਹਾਂ ਇਹ ਕੇਵਲ ਅਣਹੋਈ ਹੈ। ਜਦੋਂ ਵਰਖਾ ਪੈਣ ਤੋਂ ਬਾਅਦ ਸਾਫ਼ ਹੁੰਦਾ ਹੈ ਆਕਾਸ਼, ਉਦੋਂ ਇਹ ਨਗਰੀ ਵਾਂਗੂ ਪ੍ਰਤੀਤ ਹੁੰਦੀ ਹੈ, ਵੇਖਣ ਨੂੰ ਪ੍ਰਤੀਤ ਹੁੰਦੀ ਹੈ ਪਰ ਹੁੰਦੀ ਨਹੀਂ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਇਹ ਸੰਸਾਰ ਵੇਖਣ ਨੂੰ ਪ੍ਰਤੀਤ ਹੁੰਦਾ ਹੈ ਪਰ ਹੈ ਨਹੀਂ ਹੈ। ਇਹ ਜਿਵੇਂ ਬੱਦਲ ਦੀ ਛਾਂ ਹੈ, ਇਸ ਤਰ੍ਹਾਂ ਮਹਾਰਾਜ ਕਹਿੰਦੇ ਸੰਸਾਰ ਹੈ। ਹਰੀ ਚੰਦੌਰੀ ਦੀ ਤਰ੍ਹਾਂ ਇਹ ਸੰਸਾਰ ਹੈ। ਸੁਪਨਾ ਜਿਉ ਬਾਜੀ ਗਰਮਾਇਆ। ਫਿਰ ਮਹਾਰਾਜ ਨੇ ਕਿਹਾ ਮੌਲਾਨਾ ਜੀ, ਜਿਵੇਂ ਰਾਤ ਦਾ ਆਇਆ ਹੋਇਆ ਸੁਪਨਾ ਹੁੰਦਾ ਹੈ ਉਸ ਤਰ੍ਹਾਂ ਦਾ ਹੈ ਇਹ ਸੰਸਾਰ। ਜਿਵੇਂ ਬਾਜੀਗਰ ਦੀ ਤਮਾਸ਼ੇ ਦੀ ਮਾਇਆ ਹੈ ਸਾਰੀ, ਉਸ ਤਰ੍ਹਾਂ ਦਾ ਹੈ ਮਹਾਰਾਜ ਕਹਿੰਦੇ ਇਹ ਸਾਰਾ ਸੰਸਾਰ। ਲਖ ਇਨ ਸਾਚ ਕਰੇ ਜੋਗ ਹਾਵਾ। ਜਿਹੜਾ ਇਹਨਾਂ ਨੂੰ ਸੱਚ ਲਖ ਕੇ ਜਾਣ ਕਰਕੇ ਇਹਨਾਂ ਦੇ ਨਾਲ ਹਰ ਸਮੇਂ ਗਰਸਿਆ ਰਹਿੰਦਾ ਹੈ, ਇਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ, ਮਨ ਉਹਦਾ ਪਕੜਿਆ ਰਹਿੰਦਾ ਇਹਨਾਂ ਵਿੱਚ। ਅੰਤ ਕਾਲ ਤੇ ਹੋਏ ਪਛਤਾਵਾ। ਉਹਨੂੰ ਅੰਤ ਦੇ ਸਮੇਂ ਫਿਰ ਬੜਾ ਪਛਤਾਵਾ ਹੁੰਦਾ ਹੈ। ਜਿਹੜਾ ਇਹਨਾਂ ਨੂੰ ਗਹਾਵਾ ਗ੍ਰਹਿਣ ਕਰਨਾ ਚਾਹੁੰਦਾ, ਭਾਵ ਪਕੜਨਾ ਚਾਹੁੰਦਾ ਨਾ, ਹੁਣ ਬੱਦਲ ਦੀ ਛਾਂ ਨੂੰ ਇੱਕ ਥਾਂ ਤੇ ਕੌਣ ਪਕੜ ਕੇ ਰੱਖ ਸਕਦਾ ਹੈ? ਸੁਪਨੇ ਨੂੰ ਕੌਣ ਪਕੜ ਸਕਦਾ? ਸੁਪਨੇ ਦੀਆਂ ਚੀਜ਼ਾਂ ਨਹੀਂ ਪਕੜੀਆਂ ਜਾਂਦੀਆਂ ਨਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਆ। ਫਿਰ ਪਿੱਛੋਂ ਪੰਕਤੀਆਂ ਦੋ ਪੜੋ। ਹਰ ਚੰਦੌਰੀ ਪੁਨ ਘਨ ਛਾਇਆ। ਹਰੀ ਚੰਦੌਰੀ ਦੀ ਤਰ੍ਹਾਂ ਤੇ ਫਿਰ ਬੱਦਲ ਦੀ ਛਾਂ ਦੀ ਤਰ੍ਹਾਂ ਹੈ ਇਹ ਸੰਸਾਰ। ਸੁਪਨਾ ਜਿਉ ਬਾਜੀ ਗਰਮਾਇਆ। ਸੁਪਨੇ ਜਿਸ ਤਰ੍ਹਾਂ ਰਾਤ ਦਾ ਆਇਆ ਹੋਇਆ ਸੁਪਨਾ, ਜਿਸ ਤਰ੍ਹਾਂ ਬਾਜੀਗਰ ਦਾ ਤਮਾਸ਼ਾ ਹੁੰਦਾ ਏ। ਲਖ ਇਨ ਸਾਚ ਕਰੇ ਜੋਗ ਹਾਵਾ। ਜੋ ਇਹਨਾਂ ਨੂੰ ਸੱਚ ਜਾਣ ਕਰਕੇ ਪਕੜਨਾ ਚਾਹੁੰਦਾ ਏ। ਅੰਤ ਕਾਲ ਤੇ ਹੋਏ ਪਛਤਾਵਾ। ਅੰਤ ਦੇ ਸਮੇਂ ਫਿਰ ਉਹਨੂੰ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ, ਕਿਉਂਕਿ ਪਕੜ ਤਾਂ ਸਕਦਾ ਨਹੀਂ, ਨਾਲ ਤਾਂ ਨਿਭਦੀ ਨਹੀਂ ਕੋਈ ਚੀਜ਼, ਇਸ ਕਰਕੇ ਫਿਰ ਪਛਤਾਵਾ ਪੱਲੇ ਪੈਂਦਾ ਏ। ਜੋ ਜਾਣੇ ਇਹ ਮਿਥਿਆ ਭਾਸੀ। ਜੋ ਜਾਣਦੇ ਹਨ ਕਿ ਇਹ ਮਿਥਿਆ ਹੈ, ਜਿਨ੍ਹਾਂ ਨੂੰ ਇਹ ਝੂਠ ਭਾਸ ਪੈਂਦੀ ਹੈ, ਦਿਸ ਪੈਂਦੀ ਹੈ ਸਾਰੀ ਹੀ ਇਹ ਸੰਸਾਰ ਦੀ ਰਚਨਾ। ਸੋ ਤਿਨਕੇ ਨਹਿ ਹੋਏ ਵਿਸ਼ਵਾਸੀ। ਉਹ ਫਿਰ ਇਹਦੇ ਵਿਸ਼ਵਾਸੀ ਨਹੀਂ ਹੁੰਦੇ, ਸੰਸਾਰ ਦੀਆਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਧਾਰਦੇ, ਪਦਾਰਥਾਂ ਦਾ, ਘਰ-ਬਾਰ ਦਾ, ਕੱਪੜਿਆਂ ਦਾ ਮਾਣ ਨਹੀਂ ਕਰਦੇ ਹਨ। ਤਾਂ ਤੇ ਜਗਤ ਪਦਾਰਥ ਪ੍ਰੀਤਾ। ਇਹ ਤਾਂ ਤੇ ਇਸ ਕਰਕੇ ਜਗਤ ਦੇ ਪਦਾਰਥਾਂ ਦਾ ਜਿਹੜਾ ਪ੍ਰੇਮ ਹੈ, ਹਾਉ ਨਾ ਕਰੋ ਜੇ ਹੋਏ ਵਿਪਰੀਤਾ। ਜਿਹੜੇ ਵਿਪਰੀਤ ਉਲਟ ਕਰ ਦਿੰਦੇ ਆ ਮਨ ਨੂੰ, ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਨਹੀਂ ਪਦਾਰਥਾਂ ਦਾ ਪ੍ਰੇਮ ਕਰਦੇ। ਜਿਹੜੇ ਵਿਪਰੀਤ ਕਰਦੇ ਆ, ਵਾਹਿਗੁਰੂ ਦੇ ਪ੍ਰੇਮ ਤੋਂ ਉਲਟ ਕਰ ਦਿੰਦੇ ਹਨ, ਇਸ ਕਰਕੇ ਪਦਾਰਥਾਂ ਨਾਲ ਅਸੀਂ ਪ੍ਰੇਮ ਨਹੀਂ ਕਰਦੇ ਹਾਂ। ਸਿਰ ਪਰ ਡਰ ਨਿਤ ਅਜ਼ਰਾਈਲਾ। ਤੇ ਜਿਹੜਾ ਅਜ਼ਰਾਈਲ ਮੌਤ ਦਾ ਫਰਿਸ਼ਤਾ ਹੈ, ਉਹਦਾ ਡਰ ਸੀ ਸਦਾ ਹੀ ਸਿਰ ਤੇ ਮੰਨਦੇ ਹਾਂ। ਕਹਿ ਲੈ ਜਾਵੇ ਜੋ ਬਿਨ ਢੀਲਾ। ਜਿਹੜਾ ਬਿਨਾਂ ਹੀ ਢਿੱਲ ਤੋਂ, ਬਿਨਾਂ ਦੇਰੀ ਤੋਂ ਪਕੜ ਕੇ ਲੈ ਜਾਵੇਗਾ। ਜਦੋਂ ਸਮਾਂ ਆਉਂਦਾ ਨਾ ਤੇ ਫਿਰ ਮਹਾਰਾਜ ਕਹਿੰਦੇ ਉਹਨੇ ਤਕੜੇ ਪਾਏ ਹੱਥ, ਉਹਨਾਂ ਤਕੜੇ ਹੱਥ ਪਾਏ ਹੁੰਦੇ ਐ, ਕੋਈ ਵੀ ਉਸ ਸਮੇਂ ਛੁਡਾ ਨਹੀਂ ਸਕਦਾ, ਰੱਖ ਨਹੀਂ ਸਕਦਾ ਹੈ। ਅਸ ਡਰ ਧਰ ਕਰ ਹਉ ਔਰ ਮਾਹੀ। ਇਹੋ ਜਿਹਾ ਡਰ ਮਹਾਰਾਜ ਕਹਿੰਦੇ ਹਉ ਅਸੀਂ ਹਿਰਦੇ ਵਿੱਚ ਧਾਰ ਕਰਕੇ। ਭਵ ਵਿਵਹਾਰ ਹੋਤ ਹਿਤ ਨਾਹੀ। ਤੇ ਹਿਤ ਪ੍ਰੇਮ ਦੇ ਨਾਲ ਸਾਡੇ ਕੋਲੋਂ ਸੰਸਾਰ ਦੇ ਵਿਵਹਾਰ ਨਹੀਂ ਹੁਣ ਹੁੰਦੇ। ਇਹ ਸਤਿਗੁਰੂ ਜੀ ਨੇ ਇਹੋ ਜੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਜੁਗਤ ਆਪਣੇ ਸਿੱਖਾਂ ਨੂੰ ਦਿੱਤੀ ਹੈ। ਗਰੀਬ ਨਵਾਜ਼ ਜੀ ਨੇ ਇਹ ਤਾਂ ਜਗਤ ਦੇ ਭਲੇ ਲਈ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਆਪ ਦੇ ਉੱਤੇ ਝੁਕਾ ਕੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਜੀ ਜੁਗਤ ਦੇਤੀ, ਸਰੀਰ ਕਰਕੇ ਕੰਮ ਸਾਰੇ ਵਿਹਾਰ ਸਿੱਖ ਕਰ ਲੈਂਦੇ ਐ ਤੇ ਮਨ ਕਰਕੇ ਸੰਸਾਰ ਦੇ ਅੰਦਰ ਨਹੀਂ ਖੁੱਭਦੇ, ਮਨ ਕਰਕੇ ਪ੍ਰੀਤ ਨਹੀਂ ਸੰਸਾਰ ਦੇ ਪਦਾਰਥਾਂ ਨਾਲ ਕਰਦੇ, ਪ੍ਰੇਮ ਸੱਚੇ ਵਾਹਿਗੁਰੂ ਜੀ ਦੇ ਨਾਮ ਨਾਲ ਕਰਦੇ ਐ। ਸਾਦਾ ਜੀਵਨ ਬਤੀਤ ਕਰਦੇ ਹੋਏ ਵਾਹਿਗੁਰੂ ਵਿੱਚ ਭਰੋਸਾ ਰੱਖਦੇ ਐ। ਇਹ ਸੱਚੇ ਪਾਤਸ਼ਾਹ ਨੇ ਜੁਗਤ ਆਪਣੇ ਸਿੱਖਾਂ ਨੂੰ ਗਰੀਬ ਨਵਾਜ਼ ਨੇ ਦਿੱਤੀ ਹੈ। ਮਹਾਰਾਜ ਆਪਣੇ ਝੁਕਾ ਕੇ ਉੱਤੇ ਸਤਿਗੁਰੂ ਜੀ ਉਪਦੇਸ਼ ਮਲਾਨੇ ਨੂੰ ਦੇ ਰਹੇ ਆ। ਫਿਰ ਪੜੋ। ਭਵ ਵਿਵਹਾਰ ਹੋਤ ਹਿਤ ਨਾਹੀ। ਮਹਾਰਾਜ ਕਹਿੰਦੇ ਭਵ ਸੰਸਾਰ ਦਾ ਵਿਵਹਾਰ ਜਿਹੜਾ ਨਾ ਹੁਣ ਸਾਡੇ ਕੋਲੋਂ ਹਿਤ ਨਾਲ ਪ੍ਰੇਮ ਨਾਲ ਨਹੀਂ ਹੁੰਦਾ, ਇਸ ਕਰਕੇ ਬਿਸਮਿਓ ਮਨ ਇਮ ਸੁਨਤ ਮੁਲਾਨਾ। ਇਉਂ ਸੁਣ ਕੇ ਹਜੂਰ ਦਾ ਬਚਨ ਮਨ ਦੇ ਅੰਦਰ ਮਲਾਨਾ ਜੀ ਬੜੇ ਹੈਰਾਨ ਹੋ ਗਏ।
ਜਦੋਂ ਸੱਚੇ ਪਾਤਸ਼ਾਹ ਦੇ ਇਹ ਬਚਨ ਸੁਣੇ ਤਾਂ ਬੜੇ ਮਨ ਦੇ ਅੰਦਰ ਹੈਰਾਨ ਹੋਏ ਆ। ਸ੍ਰੀ ਗੁਰ ਸੋ ਪੁਨ ਬਚਨ ਬਖਾਨਾ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਤਾਈਂ ਤਦੋਂ ਫਿਰ ਮੌਲਾਨਾ ਜੀ ਫਿਰ ਬਚਨ ਕਹਿਣ ਲੱਗੇ। ਅਬ ਲੋ ਤੁਮਰੀ ਬਾਲਕ ਬੈਸਾ। ਕਹਿਣ ਲੱਗੇ ਨਾਨਕ ਜੀ ਅਜੇ ਤੱਕ ਤਾਂ ਤੁਹਾਡੀ ਉਮਰ ਜਿਹੜੀ ਉਹ ਬਾਲਕਾਂ ਵਾਲੀ ਹੈ। ਬਚਨ ਉਚਾਰਤ ਹੋ ਮੁਖ ਕੈਸਾ। ਤੁਸੀਂ ਆਪਣੇ ਮੁਖ ਤੋਂ ਕਿਸ ਤਰ੍ਹਾਂ ਦਾ ਬਚਨ ਉਚਾਰਨ ਕਰਦੇ ਹੋ। ਹਮਸੇ ਬ੍ਰਿਧ ਆਰ ਬਲ ਬੀਤੀ। ਮੇਰੇ ਵਰਗੇ ਬਜ਼ੁਰਗ ਜਿਨ੍ਹਾਂ ਦੀ ਉਮਰ ਸਾਰੀ ਬਤੀਤ ਗਈ ਹੈ, ਤਿਨ ਕੋ ਚਾਹੀਤ ਹੈ ਅਸ ਰੀਤੀ। ਉਹਨਾਂ ਨੂੰ ਚਾਹੀਦਾ ਕਿ ਇਸ ਤਰੀਕੇ ਨਾਲ ਇਹ ਗੱਲ ਜਿਹੜੀ ਹੈ ਉਹ ਇਸ ਤਰੀਕੇ ਨਾਲ ਇਹੋ ਜੀਆਂ ਗੱਲਾਂ ਉਹ ਕਰਨ। ਤੁਸੀਂ ਇਹੋ ਜੀਆਂ ਗੱਲਾਂ ਕਿਉਂ ਕਰਦੇ ਹੋ। ਅਬ ਬਾਲਕ ਲੀਲਾ ਉਰ ਧਰੀਏ। ਹੁਣ ਤਾਂ ਬਚਪਨ ਹੈ ਤੁਹਾਡਾ, ਬਾਲਕਾਂ ਵਾਲੀ ਲੀਲਾ ਹਿਰਦੇ ਵਿੱਚ ਜਿਹੜੀ ਉਹ ਧਾਰਨ ਕਰੋ। ਏਕ ਫਿਕਰ ਕੋ ਜ਼ਿਕਰ ਨਾ ਕਰੀਏ। ਇੱਕ ਵੀ ਕੋਈ ਫਿਕਰ ਦਾ ਜਿਹੜਾ ਨਾ ਚਿੰਤਾ ਦਾ ਕੋਈ ਜ਼ਿਕਰ ਨਾ ਕਰਨਾ ਕਰੋ। ਤਰਨ ਹੋਏ ਧਨ ਬਨਤਾ ਸੰਗਾ। ਜਦੋਂ ਜਵਾਨ ਹੋਵੋਗੇ ਇਸ ਪ੍ਰਕਾਰ ਧਨ ਫਿਰ ਇਕੱਠਾ ਕਰਿਓ ਤੇ ਬਨਤਾ ਇਸਤਰੀ ਦੇ ਵਿਆਹ ਕਰਕੇ ਜਦੋਂ ਨਾਲ ਸੁਖ ਭੋਗੋ ਕਰ ਹਿਰਦੈ ਉਮੰਗਾ। ਹਿਰਦੇ ਦੀ ਬੜਾ ਉਮੰਗ ਨਾਲ ਉਤਸ਼ਾਹ ਦੇ ਨਾਲ ਧਨ ਦਾ ਸੁਖ ਇਸਤਰੀ ਦਾ ਸੁਖ ਭੋਗਣਾ ਕਰਿਓ। ਅਸ ਬਿਦ ਬ੍ਰਿਧ ਹੋਏ ਕਰ ਕੀਜੈ। ਇਹ ਜਿਹੜੀਆਂ ਗੱਲਾਂ ਇਹ ਤਾਂ ਫਿਰ ਜਦੋਂ ਬੁੱਢੇ ਹੋ ਜਾਓਗੇ ਨਾ ਬਿਰਧ ਹੋ ਕੇ ਇਹੋ ਜੀਆਂ ਗੱਲਾਂ ਕਰ ਲੈਣਾ ਕਰਿਓ। ਅਬ ਸੰਬੰਧਨ ਕੋ ਸੁਖ ਦੀਜੈ। ਹੁਣ ਆਪਣੇ ਸੰਬੰਧੀ ਰਿਸ਼ਤੇਦਾਰਾਂ ਨੂੰ ਸੁਖ ਦੇਣਾ ਕਰੋ। ਸ੍ਰੀ ਨਾਨਕ ਸੁਨ ਕਰ ਤਿਹ ਬਾਨੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਸੁਣੀ ਆ ਬਾਣੀ ਮੌਲਾਨਾ ਜੀ ਦੀ, ਸੁਣੇ ਹਨ ਬਚਨ ਕਹੇ ਹੋਏ ਮੌਲਾਨਾ ਜੀ ਦੇ। ਜੋ ਬੇਮੁਖਤਾ ਪਦ ਕਰ ਸਾਨੀ। ਜੋ ਬੇਮੁਖਤਾ ਦੇ ਨਾਲ ਮਿਲੀ ਹੋਈ ਹੈ, ਇਹੋ ਹੀ ਲੋਕ ਗੱਲਾਂ ਕਰਦੇ ਆ ਨਾ ਆ ਕੇ ਖਾਣ ਪੀਣ ਦੀ ਉਮਰ ਵੈ। ਸੱਚੇ ਪਾਤਸ਼ਾਹ ਜੀ ਮਹਾਰਾਜ ਮੌਲਾਨਾ ਜੀ ਦੀ ਉਹ ਬਾਣੀ ਉਹ ਬਚਨ ਸੁਣ ਕਰਕੇ ਜੋ ਬੇਮੁਖਤਾ ਦੀ ਪਦਵੀ ਨੂੰ ਦੇਣ ਵਾਲੇ ਬੇਮੁਖਤਾ ਦੇ ਵਿੱਚ ਮਿਲੇ ਹੋਏ ਹਨ। ਬੋਲੇ ਪਰਮ ਮਨੋਹਰ ਬਚਨਾ। ਸੱਚੇ ਪਾਤਸ਼ਾਹ ਜੀ ਪਰਮ ਵੱਡੇ ਮਨੋਹਰ ਮਨ ਨੂੰ ਮੋਹ ਲੈਣ ਵਾਲੇ ਬਚਨ ਸਤਿਗੁਰਾਂ ਜੀ ਨੇ ਆਪਣੇ ਮੁਖ ਤੋਂ ਕਹੇ। ਜਿਨ ਮਹਿ ਉਪਦੇਸੇ ਕੀ ਰਚਨਾ। ਜਿਨ੍ਹਾਂ ਬਚਨਾਂ ਦੇ ਵਿੱਚ ਸੁਭ ਉਪਦੇਸ਼ ਦੀ ਰਚਨਾ ਹੈ, ਜੇ ਕੋਈ ਕਮਾਵੇ ਤੇ ਉਹਦਾ ਉਧਾਰ ਹੋ ਜਾਵੇ। ਜੋ ਤੂੰ ਲਖੇ ਆਰ ਬਲ ਸਾਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਮੌਲਾਨਾ ਜੀ ਜਿਹੜੀ ਤੁਸੀਂ ਇਹ ਸਾਰੀ ਆਰਬਲ ਉਮਰ ਲਖਦੇ ਹੋ ਜਾਣਦੇ ਹੋ। ਬਿਨਾ ਭਜਨ ਇਹ ਜਾਤ ਬਿਕਾਰੀ। ਤੇ ਬਿਨਾ ਭਜਨ ਤੋਂ ਇਹ ਸਾਰੀ ਉਮਰ ਜਿਹੜੀ ਹੈ ਨਾ ਫਿਰ ਵਿਅਰਥ ਹੀ ਚਲੀ ਜਾਂਦੀ ਹੈ, ਵਿਕਾਰਾਂ ਵਿੱਚ ਹੀ ਨਾਸ਼ ਹੋ ਜਾਂਦੀ ਹੈ। 100 ਬਰਖ ਆਰ ਬਲ ਪ੍ਰਾਨੀ। ਸੱਚੇ ਪਾਤਸ਼ਾਹ ਜੀ ਹੁਣ ਦੱਸਣ ਲੱਗੇ ਆ ਮੌਲਾਨਾ ਜੀ ਕਿੰਨੀ ਉਮਰ ਹੈ ਕਲਯੁਗ ਦੇ ਵਿੱਚ ਜੀਵ ਦੀ। 100 ਬਰਖ ਹੀ 100 ਸਾਲ ਹੀ ਮੰਨੀ ਜਾਂਦੀ ਹੈ ਨਾ, ਤੇ 100 ਸਾਲ ਤੱਕ ਵੀ ਕੋਈ ਅੱਪੜਦਾ ਹੈ ਵਿਰਲਾ ਜਿਹੜਾ ਚੰਗਾ ਸੋਹਣਾ ਭੋਜਨ ਖੁਰਾਕ ਖਾਵੇ ਤੇ ਚੰਗਾ ਨਿਯਮਬੰਦ ਤਰੀਕੇ ਨਾਲ ਆਪਦਾ ਜੀਵਨ ਜੀਵੇ, ਉਹ ਹੀ ਪਹੁੰਚਦਾ। ਨਹੀਂ ਤੇ 50-60 ਤੇ ਹੀ ਬਿਰਧ ਹੋ ਜਾਂਦੇ ਆ ਸਰੀਰ। ਪਰ ਫਿਰ ਵੀ ਕਲਯੁਗ ਦੇ ਅੰਦਰ 100 ਸਾਲ ਦੀ ਉਮਰ ਮੰਨੀ ਹੋਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ 100 ਬਰਖ ਆਰ ਬਲ ਪ੍ਰਾਨੀ। ਮਹਾਰਾਜ ਕਹਿੰਦੇ ਪ੍ਰਾਣੀ ਦੀ ਜਿਹੜੀ 100 ਸਾਲ ਦੀ ਉਮਰ ਹੈ ਕਲਯੁਗ ਦੇ ਅੰਦਰ, ਜੇ ਜੀਵ ਹੈ ਤਿਨ ਕਹੋ ਕਹਾਣੀ। ਜਿਹੜੀ ਜਿਉਂਦਾ ਹੈ 100 ਸਾਲ ਦੀ ਉਮਰ ਉਹਦੀ ਕਹਾਣੀ ਉਹਦੀ ਕਥਾ ਮੌਲਾਨਾ ਜੀ ਕਹਿੰਦੇ ਆ ਸੁਣੋ ਧਿਆਨ ਦੇ ਨਾਲ। ਅਰਧ ਨੀਂਦ ਬਸ ਕਰਤਿਓ ਸੈਨਾ। ਤੇ ਅੱਧੀ ਉਮਰ ਤਾਂ ਨੀਂਦ ਦੇ ਵਸ ਸੌਂ ਕਰਕੇ ਹੀ ਲੰਘ ਜਾਂਦੀ ਹੈ। ਗੁਜ਼ਰ ਗਏ ਲਖੀਏ ਨਿਜ ਨੈਣਾ। ਆਪਣੀਆਂ ਅੱਖਾਂ ਨਾਲ ਵੇਖੋ ਕਿ 50 ਸਾਲ ਤਾਂ ਫਿਰ ਗੁਜ਼ਰ ਗਏ ਨਾ, 100 ਦੇ ਵਿੱਚੋਂ 50 ਸਾਲ ਸਿੱਧੇ ਹੀ ਲੰਘ ਜਾਂਦੇ ਆ। 15 ਬਰਖ ਤੀਕ ਅਨਜਾਨਾ। ਤੇ ਜਿਹੜੇ 15 ਸਾਲ ਪਹਿਲੇ ਹੁੰਦੇ ਆ ਉਹ ਅਣਜਾਣ ਪੁਣੇ ਚ ਲੰਘ ਜਾਂਦੇ ਆ ਕਿ ਬੱਚਾ ਵੈ ਸਮਝ ਨਹੀਂ ਹੈ। ਇਉਂ 15 ਸਾਲ ਪਹਿਲੇ ਜਿਹੜੇ ਆ ਉਹ ਬਾਲਪਨ ਦੇ ਅੰਦਰ ਬਤੀਤ ਹੋ ਜਾਂਦੇ ਆ। ਬਾਲਪਨੇ ਮਹਿ ਕਰੀ ਬਿਹਾਨਾ। ਬਾਲਪੁਣੇ ਦੇ ਅੰਦਰ ਹੀ ਬਤੀਤ ਕਰ ਦਿੰਦਾ ਪਹਿਲੇ 15 ਸਾਲ ਜਨਮ ਤੋਂ ਲੈ ਕਰਕੇ। 80 ਬਰਖ ਹੈ ਤੇ ਜੋ ਵਧੈ ਹੈ। ਤੇ ਜਦੋਂ 80 ਸਾਲਾਂ ਤੋਂ ਉੱਤੇ ਜਿਹੜੇ 20 ਸਾਲ ਹੁੰਦੇ ਹਨ, ਲੋਚਨ ਦਿਖੈ ਨਾ ਸ਼ਰੋਨ ਸੁਨੈ ਹੈ। ਅੱਖਾਂ ਨਾਲ ਦਿਸਦਾ ਨਹੀਂ, ਕੰਨਾਂ ਨਾਲ ਉਦੋਂ ਸੁਣਦਾ ਨਹੀਂ। ਜਦੋਂ 80 ਤੋਂ ਉੱਪਰ ਚਲਿਆ ਜਾਂਦਾ, ਜਿਵੇਂ ਮਹਾਰਾਜ ਕੇ 80 ਕਾ ਵਿਵਹਾਰ ਨਾ ਪਾਵੇ, ਫਿਰ ਕੀ ਕੰਮ ਕਰਨਾ ਉਸਨੇ। ਤੇ
ਤੇ ਇਉਂ ਨਾ ਅੱਖਾਂ ਨਾਲ ਦਿਸਦਾ ਨਾ ਕੰਨਾਂ ਨਾਲ ਸੁਣਦਾ ਨਹੀਂ ਹੈ। ਦੋਹਰਾ ਬਿਆਕੁਲਤਾ ਇੰਦਰੀਨ ਕੀ। ਤੇ ਇੰਦਰੀਆਂ ਜਿਹੜੀਆਂ ਫਿਰ ਬੜੀਆਂ ਜ਼ਿਆਦੀਆਂ ਵਿਆਕੁਲ ਹੋ ਜਾਂਦੀਆਂ ਹਨ, ਭਾਵ ਇੰਦਰੇ ਝੜ ਜਾਂਦੇ ਹਨ। ਚੱਬਣ ਚੱਲਣ ਰਤਨ ਸੇ ਸੁਣੀਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਇਹ ਸਾਰੇ ਇੰਦਰੇ ਜਿਹੜੇ ਆ ਫਿਰ ਬੜੇ ਦੁਖੀ ਹੋ ਕੇ ਵਿਆਕੁਲ ਹੁੰਦੇ ਆ। ਅੱਖਾਂ ਵੇਖਣਾ ਚਾਹੁੰਦੀਆਂ ਪਰ ਵੇਖ ਨਹੀਂ ਪਾਉਂਦਾ ਹੈ। ਤੇ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਤੇ ਕੰਨ ਸੁਣਨਾ ਚਾਹੁੰਦਾ ਹੈ, ਕੋਲ ਕਹੀ ਹੋਈ ਆਵਾਜ਼ ਵੀ ਕਹਿੰਦਾ ਹੈ ਕੀ ਕਿਹਾ, ਸੁਣਦਾ ਨਹੀਂ ਹੈ, ਪਰ ਚਾਹੁੰਦਾ ਤਾਂ ਹੈ। ਇੰਦਰੀਆਂ ਕਰਕੇ ਬੜਾ ਵਿਆਕੁਲ ਫਿਰ ਦੁਖੀ ਹੁੰਦਾ, ਇੰਦਰੇ ਸਾਥ ਨਹੀਂ ਦਿੰਦੇ ਹਨ। ਸੁਧ ਨਹਿ ਸਕੇ ਸੰਭਾਰ। ਫਿਰ ਇਹੋ ਜਿਹਾ ਸਮਾਂ ਆਉਂਦਾ, ਮਹਾਰਾਜ ਕਹਿੰਦੇ ਆਪਣੀ ਸੁਧ ਹੀ ਨਹੀਂ ਸੰਭਾਲ ਸਕਦਾ, ਕਿਰਿਆ ਵੀ ਉੱਤੇ ਪਏ ਦੀ ਨਿਕਲ ਜਾਂਦੀ ਹੈ। ਦੇਹ ਕਿਰਿਆ ਕਰਨੀ ਕਠਨ। ਦੇਹ ਦੀ ਕਿਰਿਆ ਕਰਨੀ ਵੀ ਇਹਨੂੰ ਕਠਨ ਹੋ ਜਾਂਦੀ ਹੈ, ਮਲ ਮੂਤਰ ਤਿਆਗਣਾ ਵੀ ਕਠਨ ਹੋ ਜਾਂਦਾ ਹੈ। ਤਬ ਕਸ ਹਰ ਉਰ ਧਾਰ। ਦੱਸੋ ਮੌਲਾਨਾ ਜੀ, ਤਦੋਂ ਫਿਰ ਕਿਸ ਤਰ੍ਹਾਂ ਹਰੀ ਨੂੰ ਹਿਰਦੇ ਵਿੱਚ ਧਾਰਨ ਕਰ ਲੇਗਾ? ਉਦੋਂ ਵਾਹਿਗੁਰੂ ਦਾ ਨਾਮ ਕਿਵੇਂ ਜਪ ਲਵੇਗਾ? ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਭਈ, ਤਉ ਨ ਹਰ ਰਸ ਲੀਨ। ਤਾਂ ਫਿਰ ਹਰੀ ਦਾ ਰਸ ਕਿਵੇਂ ਲੈ ਸਕਦਾ ਹੈ? ਵਿਕਾਰਾਂ ਵਿੱਚ ਲੰਘੀ ਹੋਈ ਉਮਰ ਤਾਂ ਵੀ ਹਰੀ ਦੇ ਰਸ ਦਾ ਨੂੰ ਕੋਈ ਵੀ ਧਿਆਨ ਨਹੀਂ ਹੁੰਦਾ, ਲੈ ਨਹੀਂ ਸਕਦਾ ਹੈ। ਹਿਰਦੇ ਵਿੱਚ ਕਿਵੇਂ ਧਾਰਨ ਕਰ ਲੇਗਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਸੇਵਾ ਕਰਨੀ ਚਾਹੇ ਵੀ ਤੇ ਤਾਂ ਵੀ ਨਹੀਂ ਕਰ ਸਕਦਾ, ਕਿਉਂਕਿ ਉਦੋਂ ਤੇ ਉਹਦਾ ਆਪਣਾ ਸਰੀਰ ਸੇਵਾ ਦੀ ਮੰਗ ਕਰਦਾ ਹੈ। ਫਿਰ ਕੀ ਸੇਵਾ ਕਰ ਲੈਣੀ ਹੈ? ਤੇ ਹੱਡ ਚੰਮ ਤੋਂ ਕੀ ਕਰਾਉਣਾ ਜੇ ਹੱਥਾਂ ਨਾਲ ਸੇਵਾ ਨਹੀਂ ਕੀਤੀ? ਐਵੇਂ ਲੰਮੇ ਪੈ ਪੈ ਕੇ ਵਾਧੂ ਖਾ ਖਾ ਕੇ ਆਪਣਾ ਸਮਾਂ ਬਤੀਤ ਕਰ ਛੱਡਿਆ, ਇਉਂ ਜੀਵਨ ਬਰਬਾਦ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਹਰੀ ਨੂੰ ਕਿਵੇਂ ਹਿਰਦੇ ਵਿੱਚ ਧਾਰਨ ਕਰ ਲੇਗਾ? ਨਹੀਂ ਧਾਰਨ ਕੀਤਾ ਜਾ ਸਕਦਾ। ਚਾਉ ਪਈ ਕੁਛ ਰਹੇ ਤਿਨ ਕੀ ਸੁਨ ਗਿਣਤੀ। ਜਿਹੜੇ ਕੁਝ ਕੁ ਬਰੇ ਰਹਿ ਗਏ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਦੀ ਗਿਣਤੀ ਮੌਲਾਨਾ ਜੀ ਸੁਣ ਲੈਣਾ ਕਰੋ। ਅੱਜ 50 ਸਾਲ ਤਾਂ ਪਹਿਲਾਂ ਮਹਾਰਾਜ ਨੇ ਕੱਢ ਦਿੱਤੇ ਆ, ਸੌਂ ਕੇ ਜਿਹੜੇ ਨਿਕਲ ਜਾਂਦੇ ਆ ਦੱਸਿਆ ਹੈ। ਤੇ ਫਿਰ 15 ਸਾਲ ਪਹਿਲੇ ਤੇ 20 ਸਾਲ ਜਿਹੜੇ ਆ ਉਹ ਬਾਅਦ ਵਾਲੇ, ਇਹ ਇਸ ਪ੍ਰਕਾਰ 35 ਸਾਲ ਹੋ ਗਏ। ਤੇ ਬਾਕੀ 15 ਸਾਲ ਜਿਹੜੇ ਬਚੇ ਆ ਉਹਨਾਂ ਦੀ ਗਿਣਤੀ ਮਹਾਰਾਜ ਦੱਸਦੇ ਹਨ 100 ਸਾਲ ਦੀ ਉਮਰ ਵਿੱਚੋਂ। ਸੋਪ ਬਤੀਤੇ ਹੈ ਬਿਨ ਹਰ ਬਿਨਤੀ। ਮਹਾਰਾਜ ਕਹਿੰਦੇ ਉਹ ਵੀ ਬਤੀਤ ਹੋ ਜਾਂਦੀ ਹੈ, ਵਾਹਿਗੁਰੂ ਜੀ ਦੇ ਅੱਗੇ ਬੇਨਤੀਆਂ ਨਹੀਂ ਕਰਦਾ, ਪਰਮੇਸ਼ਰ ਦੇ ਅੱਗੇ ਜੋਦੜੀਆਂ ਨਹੀਂ ਕੱਢਦਾ। ਉਹ 15 ਸਾਲ ਜਿਹੜੇ ਭਜਨ ਕਰਨ ਵਾਸਤੇ ਬਚੇ ਆ ਨਾ 100 ਸਾਲ ਵਿੱਚੋਂ, ਉਹ ਵੀ ਹਜੂਰ ਕਹਿੰਦੇ ਵਿਅਰਥ ਹੀ ਗਵਾਉਂਦਾ ਹੈ ਇਹ ਜੀਵ। ਮਲ ਮੂਤਰਾਦ ਤਜਨ ਜੁਗ ਕਾਲਾ। ਫਿਰ ਦੋ ਸਮੇਂ ਜਿਹੜਾ ਮਲ ਮੂਤਰ ਆਦਿਕ ਤਿਆਗਦਾ ਹੈ, ਕਿਰਿਆ ਕਰਦਾ ਹੈ ਸਰੀਰ ਦੀ। ਕਰਤ ਬਤੀਤੇ ਹੈ ਕਾਲ ਵਿਸਾਲਾ। ਬਹੁਤਾ ਕਾਲ ਸਮਾਂ ਜਿਹੜਾ ਹੈ ਇਹ ਕਿਰਿਆ ਦੇ ਵਿੱਚ ਵੀ, ਸਵੇਰੇ ਸ਼ਾਮ ਮਲ ਮੂਤਰ ਤਿਆਗਣ ਵਿੱਚ ਵੀ ਲੰਘ ਜਾਂਦਾ ਹੈ। ਖਾਨ ਪਾਨ ਨਿਤ ਕਰਨ ਬਿਹਾਰਾ। ਫਿਰ ਖਾਣ ਪੀਣਾ ਤੇ ਉਹ ਨਿਤਾ ਪ੍ਰਤੀ ਦਾ ਵਿਵਹਾਰ ਆਦਿਕ ਜਿਹੜਾ ਕਰਨਾ ਰੋਜ਼ ਦੇ ਨਿਯਮ ਜੋ ਹਨ, ਉਹਨਾਂ ਵਿੱਚ ਕਿੰਨਾ ਸਮਾਂ ਬਤੀਤ ਕਰਦਾ ਹੈ। ਹਿਤ ਬਿਨੋਦ ਬਨਤਾ ਸੰਗ ਧਾਰਾ। ਤੇ ਫਿਰ ਬਹੁਤਾ ਪ੍ਰੇਮ ਕਰਕੇ ਇਸਤਰੀ ਦੇ ਨਾਲ ਜਿਹੜਾ ਹੈ ਕਾਮ ਵਾਸ਼ਨਾ ਦੀਆਂ ਕਰੀੜਾਂ ਕਰਦਿਆਂ ਹੋਇਆਂ ਸਮਾਂ ਜਿਹੜਾ ਬਤੀਤ ਕਰ ਦਿੰਦਾ ਹੈ। ਕਰਨ ਉਪਾਏ ਸੋ ਦਰਬ ਉਪਾਵਨ। ਤੇ ਫਿਰ ਉਪਾਅ ਯਤਨ ਕਰਦਾ ਹੈ ਧਨ ਦੇ ਪੈਦਾ ਕਰਨ ਵਾਸਤੇ, ਉਹ ਕਿੰਨਾ ਸਮਾਂ ਬਰਬਾਦ ਹੁੰਦਾ ਹੈ। ਅਲਜ ਅਸ਼ੁਭ ਸ਼ੁਭ ਕਰਮ ਕਮਾਵਨ। ਤੇ ਸ਼ੁਭ ਤੇ ਅਸ਼ੁਭ ਕਰਮ ਜਿਹੜਾ ਹੈ ਨਿਰਲੱਜ ਹੋ ਕਰਕੇ, ਜਿਹੜਾ ਹੈ ਬੇਖੌਫ ਹੋ ਕਰਕੇ, ਲੱਜਾ ਤੋਂ ਰਹਿਤ ਹੋ ਕਰਕੇ ਕਰਦਾ ਹੈ। ਕਈ ਪ੍ਰਕਾਰ ਦੇ ਉਤਰਾ ਚੜਾ, ਇਹ 15 ਸਾਲ ਦੀ ਉਮਰ ਦੇ ਅੰਦਰ ਫਿਰ ਕਿੰਨੇ ਫੁਰਨੇ, ਕਿੰਨਾ ਇਹਨੂੰ ਜਿਹੜਾ ਹੈ ਇਹ ਵਿਵਹਾਰ ਆ ਕਰਕੇ ਘੇਰ ਲੈਂਦੇ ਆ। ਜਿਹੜਾ ਹੈ ਧਨ ਦੀ ਉਤਪਤੀ ਵਾਸਤੇ ਹੀ ਫੁਰਨੇ ਕਰਦਾ ਰਹਿੰਦਾ, ਕਿੱਥੋਂ ਕਿਵੇਂ ਆਵੇਗਾ। ਫਿਰ ਇਸਤਰੀ ਦੇ ਵਿਸ਼ੇ ਸੁੱਖ ਵਿੱਚ ਹੀ ਸਮਾਂ ਬਤੀਤ ਕਰਦਾ ਰਹਿੰਦਾ, ਖਾਣ ਪੀਣ ਨਹਾਉਣ ਧੋਣ ਇਸ ਤਰ੍ਹਾਂ ਤੇ ਕਿਰਿਆ ਆਦਿਕ ਕਰਨ ਦੇ ਵਿੱਚ ਹੀ ਕਿੰਨਾ ਸਮਾਂ ਇਹਦਾ ਜਿਹੜਾ ਹੈ ਫਿਰ ਬਰਬਾਦ ਹੁੰਦਾ ਹੈ। ਪਾਲਣ ਸੁਤ ਬਹੁ ਲਾਡ ਲਡਾਵਨ। ਫਿਰ ਜਦੋਂ ਪੁੱਤਰ ਧੀਆਂ ਹੋ ਜਾਂਦੇ ਐ, ਉਹਨਾਂ ਨੂੰ ਪਾਲਣ ਵਾਸਤੇ ਬਹੁਤ ਜ਼ਿਆਦਾ ਫਿਰ ਜਿਹੜਾ ਜਫਰ ਜਾਲਦਾ ਹੈ। ਤੇ ਫਿਰ ਘਰ ਆਉਂਦਾ ਜਦੋਂ ਰਹਿਰਾਸ ਸਾਹਿਬ ਦਾ ਸਮਾਂ ਹੁੰਦਾ ਹੈ,
ਉਦੋਂ ਆਪਣੇ ਪੁੱਤ ਪੋਤੀਆਂ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਉਹਨਾਂ ਨਾਲ ਲਾਡ ਦੇ ਵਿੱਚ ਮੋਹ ਦੇ ਵਿੱਚ ਮਾਰਿਆ ਲੱਗਾ ਰਹਿੰਦਾ। ਨਿਤਨੇਮ ਦਾ ਸਮਾਂ ਵੀ ਵਿਸਾਰ ਦਿੰਦਾ, ਉਹਨਾਂ ਨਾਲ ਹੀ ਖੇਡਦਾ ਰਹਿੰਦਾ ਏ। ਨਿਸ ਦਿਨ ਹਿਤ ਸੋ ਹੇਤ ਵਡਾਵਨ, ਰਾਤ ਦਿਨ ਪ੍ਰੇਮ ਕਰਕੇ ਮੋਹ ਕਰਕੇ ਬਹੁਤਾ ਹੀ ਹਿਤ ਪ੍ਰੇਮ ਜਿਹੜਾ ਉਹਨਾਂ ਵਿੱਚ ਵਧਾਉਂਦਾ ਹੈ। ਬੜਾ ਉਹਨਾਂ ਦੇ ਨਾਲ ਹੀ ਲੱਗਾ ਰਹਿੰਦਾ, ਹਰ ਸਮੇਂ ਲਾਡ ਕਰਨ ਵਿੱਚ। ਇਸ ਬਿਦ ਬਿਤੀ ਆਰ ਬਲ ਸਾਰੀ। ਮਹਾਰਾਜ ਕਹਿੰਦੇ ਮੌਲਾਨਾ ਜੀ ਦੱਸੋ, ਇਸ ਤਰੀਕੇ ਨਾਲ ਉਮਰਾਂ ਤਾਂ ਫਿਰ ਸਾਰੀ ਬਤੀਤ ਹੋ ਗਈ ਬਿਨਾਂ ਭਜਨ ਤੋਂ। ਅੰਤ ਸਮੈ ਗਮਨਿਓ ਕਰ ਝਾਰੀ। ਤੇ ਅੰਤ ਦੇ ਸਮੇਂ ਜਦੋਂ ਚੱਲਦਾ ਹੈ ਨਾ ਜੀਵ ਇਸ ਸੰਸਾਰ ਤੋਂ ਹੱਥ ਝਾੜ ਕੇ ਤੁਰ ਪੈਂਦਾ ਏ। ਤਾਂ ਤੇ ਮਨ ਸਮਝੋ ਹੋ ਅਸ ਰੀਤੀ। ਤਾਂ ਕਰਕੇ ਮਨ ਦੇ ਅੰਦਰ ਇਹੋ ਜੀ ਰੀਤੀ, ਇਹੋ ਜਿਹਾ ਨਿਯਮ, ਇਹੋ ਜੀ ਮਰਿਆਦਾ ਸਮਝਣਾ ਕਰੋ। ਜਨਮ ਅਕਾਰਥ ਬਿਨ ਹਰ ਪ੍ਰੀਤੀ। ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾ ਜਨਮ ਵਿਅਰਥ ਚਲਿਆ ਜਾਂਦਾ ਏ। ਹੇਤ ਪਦਾਰਥ ਅਮੁੱਲ ਜੇ ਸਵਾਸਾ। ਮਹਾਰਾਜ ਕਹਿੰਦੇ ਪਦਾਰਥਾਂ ਵਾਸਤੇ ਅਮੋਲਕ ਜਿਹੜੇ ਸਵਾਸ ਮਿਲੇ ਹੋਏ ਹਨ। ਗਇਓ ਹਾਰ ਅਸ ਢਾਲਿਓ ਪਾਸਾ। ਇਹੋ ਜਿਹਾ ਪਾਸਾ ਢਾਲਿਆ ਕਿ ਸਾਰੀ ਬਾਜੀ ਹੀ ਜਨਮ ਦੀ ਹਾਰ ਗਿਆ। ਐਸੇ ਅਮੋਲਕ ਸਵਾਸ ਤੇ ਉਹਨਾਂ ਨੂੰ ਪਦਾਰਥਾਂ ਦੀ ਪ੍ਰੀਤ ਵਿੱਚ ਗਵਾ ਦਿੱਤਾ, ਪਦਾਰਥਾਂ ਦੇ ਇਕੱਠੇ ਕਰਨ ਵਿੱਚ ਗਵਾ ਦਿੱਤਾ। ਫਿਰ ਪੰਕਤੀ ਪੜੋ ਪਿਛਲੀ। ਹੇਤ ਪਦਾਰਥ ਅਮੁੱਲ ਜੇ ਸਵਾਸਾ। ਅਮੋਲਕ ਸਵਾਸ ਬਰਬਾਦ ਕਰ ਲਏ ਪਦਾਰਥਾਂ ਦੇ ਇਕੱਠੇ ਕਰਨ ਵਿੱਚ। ਗਇਓ ਹਾਰ ਅਸ ਢਾਲਿਓ ਪਾਸਾ। ਜਿਵੇਂ ਕੋਈ ਖੇਲ ਖੇਲਦਿਆਂ ਹੋਇਆਂ ਉਹ ਚੌਪੜ ਵਾਲੇ ਪਾਸਾ ਢਾਲਦੇ, ਭਾਵ ਪਾਸਾ ਸਿੱਟਦੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਵਿਕਾਰਾਂ ਵਾਲਾ ਹੀ ਪਾਸਾ ਸਿੱਟਿਆ, ਪਦਾਰਥਾਂ ਵਾਲਾ ਹੀ ਪਾਸਾ ਸਿੱਟਿਆ, ਕੋਈ ਪ੍ਰਲੋਕ ਵਾਲਾ ਪਾਸਾ ਹੀ ਨਹੀਂ ਪਾਇਆ। ਕੋਈ ਭਜਨ ਬੰਦਗੀ ਵਾਲਾ, ਕੋਈ ਸੇਵਾ ਸਿਮਰਨ ਵਾਲਾ, ਕੋਈ ਮਿੱਠਾ ਬੋਲਣ ਵਾਲਾ, ਕੋਈ ਆਪਣੇ ਮਨ ਨੂੰ ਪ੍ਰਬੋਧਨ ਵਾਲਾ, ਕੋਈ ਅੰਦਰੋਂ ਹੰਕਾਰ ਦੇ ਘਟਾਉਣ ਵਾਲਾ ਪਾਸਾ ਹੀ ਨਹੀਂ ਢਾਲਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਚੇਤ ਜੋ ਢਾਲੈ ਪਾਸਾ। ਵਾਹਿਗੁਰੂ ਜੀ ਨੂੰ ਚੇਤਾ ਕਰਕੇ ਜੋ ਨਿਮਰਤਾ ਦਾ ਪਾਸਾ ਢਾਲਦੇ, ਭਾਵੇਂ ਪਾਸਾ ਪਾਉਂਦੇ, ਸੇਵਾ ਦਾ ਪਾਸਾ ਪਾਉਂਦੇ। ਜਿਵੇਂ ਡੱਲ ਨਹੀਂ ਸੁੱਟਦੇ ਹੁੰਦੇ ਚੌਪੜ ਦੇ ਖੇਡਣ ਲੱਗਿਆਂ, ਇਹ ਡੱਲ ਸੁੱਟਣ ਦੀ ਨਿਆਈ ਹੈ। ਵਾਹਿਗੁਰੂ ਦੀ ਬੰਦਗੀ ਕਰਨੀ, ਸੇਵਾ ਕਰਨੀ, ਮਿੱਠਾ ਬੋਲਣਾ, ਉਪਕਾਰ ਕਰਨਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਸੇਵਾ ਸਿਮਰਨ ਵਾਲਾ ਪਾਸਾ ਹੀ ਨਹੀਂ ਢਾਲਿਆ, ਇਹ ਡਾਲੀ ਨਹੀਂ ਸੁੱਟਣਾ ਕੀਤਾ। ਜਬ ਇਸ ਕੇ ਔਰ ਸਮਝ ਸੋ ਆਵੈ। ਜਦੋਂ ਇਹਦੇ ਜੀਵ ਦੇ ਹਿਰਦੇ ਵਿੱਚ ਸਮਝ ਆਉਂਦੀ ਹੈ, ਤਬ ਮਨ ਵਿਸ਼ਿਆਨ ਤੇ ਉਲਟਾਵੈ। ਤਦੋਂ ਫਿਰ ਮਹਾਰਾਜ ਕਹਿੰਦੇ ਮਨ ਜਿਹੜਾ ਵਿਸ਼ਿਆਂ ਤੋਂ ਉਲਟਦਾ ਹੈ, ਨਹੀਂ ਤੇ ਵਿਸ਼ੇ ਸੁਖ ਵਿੱਚ ਹੀ ਲੱਗਾ ਰਹਿੰਦਾ ਹੈ। ਜਦੋਂ ਕਰਕੇ ਇਹਨੂੰ ਸਮਝ ਆਉਂਦੀ ਹੈ ਨਾ ਗੁਰੂ ਜੀ ਦੇ ਗਿਆਨ ਦੇ ਨਾਲ, ਫਿਰ ਵਿਸ਼ੇ ਸੁਖ ਤੋਂ ਮਨ ਜਿਹੜਾ ਉਲਟ ਜਾਂਦਾ ਹੈ, ਘਿਰਣਾ ਕਰਨ ਲੱਗ ਜਾਂਦਾ ਏ। ਕਰਹਿ ਬੰਦਗੀ ਪੇਸ਼ ਖੁਦਾਏ। ਤੇ ਫਿਰ ਖੁਦਾ ਦੇ ਸਾਹਮਣੇ ਸਨਮੁਖ ਹੋ ਕਰਕੇ ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਖੁਦਾ ਦੀ ਬੰਦਗੀ ਕਰਦਾ ਹੈ ਇਹ ਜੀਵ। ਜਿਉ ਮੈਂ ਤੁਮ ਸੋ ਕਹੋ ਸੁਨਾਏ। ਜੋ ਅਸੀਂ ਤੇਰੇ ਤਾਈਂ ਕਹਿੰਦੇ ਹਾਂ ਸੁਣਾ ਕਰਕੇ। ਕਿਵੇਂ ਜੀਵ ਬੰਦਗੀ ਕਰਦਾ ਹੈ, ਕਿਵੇਂ ਫਿਰ ਵਾਹਿਗੁਰੂ ਦੇ ਅੱਗੇ ਅਰਜ਼ੋਈ ਕਰਦਾ ਹੈ, ਉਹ ਸੱਚੇ ਪਾਤਸ਼ਾਹ ਜੀ ਹੁਣ ਅੱਗੇ ਸ਼ਬਦ ਜਿਵੇਂ ਇਹ ਆਰੰਭ ਹੁੰਦਾ ਹੈ, ਯਕ ਅਰਜ ਗੁਫਤਮ ਦਰ ਪੇਸ ਤੋਂ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ। ਇਹ ਮਹਾਰਾਜ ਸਾਹਿਬ ਜੀ ਸਿੱਖਿਆ ਹੁਣ ਦ੍ਰਿੜਾਉਣਗੇ, ਇਹ ਕੱਲ ਨੂੰ ਅੱਗੇ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਮੌਲਾਨਾ ਜੀ ਦੇ ਤਾਈਂ ਸੱਚੇ ਪਾਤਸ਼ਾਹ ਜੀ ਨੇ ਐਸੀ ਬਰਾਗਮਈ ਸਿੱਖਿਆ ਦਿੱਤੀ ਹੈ। ਹਜੂਰ ਦਾ ਬਚਪਨ ਹੈ, ਬਚਪਨ ਵਿੱਚ ਹੀ ਸਤਿਗੁਰਾਂ ਜੀ ਨੇ ਐਸੀ ਬੈਰਾਗ ਦੀ, ਐਸੀ ਤਿਆਗ ਦੀ ਸਿੱਖਿਆ ਮਹਾਰਾਜ ਸਾਹਿਬ ਜੀ ਨੇ ਦ੍ਰਿੜਾਈ ਹੈ, ਜਿਸ ਸਿੱਖਿਆ ਨੂੰ ਸੁਣ ਕਰਕੇ ਵਕਾਰਾਂ ਵਿੱਚ, ਮੋਹ ਵਿੱਚ ਖੁੱਭਿਆ ਹੋਇਆ, ਸੰਸਾਰ ਦੇ ਸੁੱਖਾਂ ਵਿੱਚ ਖੁੱਭਿਆ ਹੋਇਆ ਮਨ ਨਿਕਲ ਸਕਦਾ ਹੈ। ਮਹਾਰਾਜ ਦੀ ਦ੍ਰਿਸ਼ਟੀ ਹੋਵੇ, ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣੀਏ ਤੇ ਸੰਸਾਰ ਦੇ ਦੁੱਖਾਂ ਤੋਂ ਛੁੱਟ ਸਕੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਕਰਹਿ ਬੰਦਗੀ ਪੇਸ਼ ਖੁਦਾਏ। ਜਿਉ ਮੈਂ ਤੁਮ ਸੋ ਕਹੂੰ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब में
ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਬਬੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸੋ ਸਿੰਘ ਸੋ ਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।